सहबान जी पहला तो समझाओ कि बाकी एक कवायद चल रही है कोई। मैं पॉइंट इस करके कर रहे हैं क्योंकि हुण तक बीजेपी के किसी लीडर ने आके डिनाई नहीं किया, हुण तक यह नहीं कहा गया कि नहीं ये दोवें शब्दों का इस्तेमाल होएगा। पहला तो लोग जानना चाहते हैं कि यह की नाम हटाया जाएगा, सिर्फ भारत इस्तेमाल किया जाएगा शब्द, जे हां तो फिर दिक्कत की महसूस कर रहे हो इंडिया भारत दोवें शब्दों के विचाले। थैंक यू गौरव जी। ताड़ी आवाज कट कट के आ रही है, मेरी आवाज ठीक आ रही है? ਤੁਹਾਡੀ ਆਵਾਜ਼ ਆ ਰਹੀ ਹੈ ਸਰ, ਐਕੋ ਕਰ ਰਹੀ ਹੈ ਤੁਹਾਡੀ ਆਵਾਜ਼। ਮੇਰੀ ਟੀਮ ਉਹ ਜ਼ਰੂਰ ਦੇਖ ਲੇਗੀ ਤਾਂ ਕਿ ਤੁਹਾਡੇ ਕੋਲ ਆਵਾਜ਼ ਬਿਲਕੁਲ ਕਲੀਅਰ ਪਹੁੰਚ ਸਕੇ ਔਰ ਤੁਹਾਡੀ ਵੀ ਆਵਾਜ਼ ਸਾਡੇ ਕੋਲ ਆਵੇ। ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। मैं वो देखा नहीं जो बाकी ओपोजिशन वाले कह रहे थे, पर एनीवे मैं अपनी मेरी ओपनिंग स्टेटमेंट है तो मैं दे देना। पहली गल ये जी डिबेट है ये मेरे ख्याल ये थोड़ी प्रीमेच्योर है क्योंकि कोई ऐसी गल इस वास्ते हो रही है क्योंकि स्पेशल सेशन होनी है पार्लीमेंट की। जो मैं सोशल मीडिया से पढ़ रहे लोग कह रहे हैं कि शायद यह मुद्दा होए ਉਹਦੇ ਵਿੱਚ, पर ऐसी कोई नोटिफिकेशन नहीं आई है तो कोई ਇਹਦੀ ਗੱਲ नहीं है। सो इस गल ਨੂੰ अगर इस मुद्दे ਨੂੰ ਤੁਸੀਂ ਦੇਖੋ ਦੋ ਲੈਵਲਸ ਦੇ ਉੱਤੇ ਤੇ ਇੱਕ ਕਨਸਟੀਟਿਊਸ਼ਨਲ ਤੇ ਇੱਕ ਸੋਸ਼ਲ ਲੈਵਲ ਜੀ। ਅਗਰ ਤੁਸੀਂ ਕਨਸਟੀਟਿਊਸ਼ਨਲ ਲੈਵਲ ਦੇ ਉੱਤੇ ਦੇਖੋ ਤੇ ਜਿੱਦਾਂ ਤੁਸੀਂ ਬਹੁਤ ਅੱਛੀ ਤਰ੍ਹਾਂ ਸਮਝਾਤਾ ਹੈ ਕਿ ਇੰਡੀਆ ਐਂਡ ਭਾਰਤ ਦੋਨੋਂ ਜਿਹੜੇ ਨੇ ਕਨਸਟੀਟਿਊਸ਼ਨ 'ਚ ਹੈਗੇ ਨੇ ਤੇ ਦੋਨੋਂ ਇਕੁਅਲੀ ਯੂਜ਼ ਹੋ ਰਹੇ ਨੇ। ਭਾਰਤੀ ਰੇਲ, ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਦੇ राज्यपाल, इदा करके भारतीय रिजर्व बैंक। तो अगर इस तरीके नाल देखा जाए ते अगर प्रेसिडेंट ऑफ भारत लिख देता है तो देयर इज नथिंग कॉन्स्टिट्यूशनली रॉन्ग इन दैट। ये एक इंडिविजुअल डिसीजन भी हो सकती है, एक गवर्नमेंट की डिसीजन भी हो सकती है। ते मेरे हिसाब दे नाल इस नू वेलकम करना चाहिए। ਇਹਦੇ ਉੱਤੇ ਕੋਈ ਜ਼ਿਆਦਾ ਵਿਵਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਸਾਨੂੰ ਸਾਡੀ ਜਿਹੜੀ ਪ੍ਰਾਚੀਨ ਸਿਵਲਾਈਜੇਸ਼ਨਲ ਜਿਹੜਾ ਸਾਡਾ ਨਾਮ ਹੈ ਉਹਦਾ ਪੂਰੇ ਵਰਲਡ ਦੇ ਵਿੱਚ ਪ੍ਰਚਾਰ ਕਰਨਾ ਵੀ ਸਾਡੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਇੱਕ ਐਸਾ ਵਰਡ ਹੈ ਜਿਹੜਾ ਜਿਹਦੀ ਇੱਕ ਕਲੋਨੀਅਲ ਬੈਕਡ੍ਰੌਪ ਹੈ। ਤੇ ਮੈਂ ਪੋਲੀਟੀਕਲੀ ਤੇ ਇਹ ਕਹਿ ਦਵਾਂਗਾ ਕਿ ਇਹ ਇੱਕ ਬੀਜੇਪੀ ਦੀ ਪਾਲਿਸੀ ਹੈ ਕਿ ਜਿਹੜੀ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਦੱਸੀ ਹੈ ਕਿ ਅਸੀਂ ਜਿਹੜੇ ਸਾਡਾ ਕਲੋਨੀਅਲ ਹੈਂਗਓਵਰ ਹੈ ਉਹਨੂੰ ਕੱਢਾਂਗੇ ਤੇ ਕਲੋਨੀਅਲ ਹੈਂਗਓਵਰ ਨੂੰ ਕੱਢਣ ਵਾਸਤੇ ਨਾਂ ਨੂੰ ਚੇਂਜ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਹਦਾ ਇਹ ਮਤਲਬ ਨਹੀਂ ਹੈ ਕਿ ਪੂਰੀ ਕਨਸਟੀਟਿਊਸ਼ਨ ਹੀ ਚੇਂਜ ਕਰ ਦੇਵਾਂਗੇ, ਪਰ ਭਾਰਤ ਜਿਹੜਾ ਹੈ ਉਸ ਵਰਡ ਨੂੰ ਜ਼ਿਆਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵਾਂਗੇ। ਅਗਰ ਕੋਈ ਦੂਸਰਾ ਨਹੀਂ ਕਰਨਾ ਚਾਹੁੰਦਾ ਤੇ ਇਟ ਇਜ਼ ਅਪ ਟੂ ਹਿਮ। ਠੀਕ ਹੈ, ਚਲੋ ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਾਂ, ਪਰ ਜੈਬਾਨ ਜੀ ਇੱਕ ਸਟੇਟਮੈਂਟ ਤੁਹਾਡੀ ਜ਼ਰੂਰ ਚਾਹੀਦੀ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਦ ਪ੍ਰੈਜ਼ੀਡੈਂਟ ਆਫ ਭਾਰਤ ਲਿਖ ਦਿੱਤਾ। ਹਾਂ ਠੀਕ ਹੈ, ਇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਭਾਰਤ ਇੰਡੀਆ ਜੋ ਵੀ ਲਿਖਿਆ ਜਾਵੇ ਕੋਈ ਪ੍ਰੋਬਲਮ ਨਹੀਂ। ਦਰਅਸਲ ਇਸ ਨੂੰ ਜੋੜਿਆ ਜਾ ਰਿਹਾ ਹੈ ਸੰਘਮੁਖੀ ਮੋਹਨ ਭਾਗਵਤ ਦੀ ਇੱਕ ਸਟੇਟਮੈਂਟ ਦੇ ਨਾਲ ਵੀ, ਤੁਸੀਂ ਵੀ ਉਹ ਹੋਪਫੁਲੀ ਸੁਣੀ ਹੋਏਗੀ। ਉਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਭਾਰਤ ਸ਼ਬਦ ਦਾ ਇਸਤੇਮਾਲ ਕਰਨਾ ਸ਼ੁਰੂ ਕਰਿਆ ਕਰੋ। ਉਸ ਸਟੇਟਮੈਂਟ ਦੇ ਵਿੱਚ ਉਹ ਜ਼ਿਕਰ ਕਰਦੇ। ਆਵਾਜ਼ ਨਹੀਂ ਆ ਰਹੀ ਹੈ ਜੀ, ਚਲੋ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਮੈਂ ਕੋਸ਼ਿਸ਼ ਕਰਦਾ ਕਿ ਟੀਮ ਇਸ ਦਿੱਕਤ ਨੂੰ ਦਰੁਸਤ ਕਰੇ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ। ਮੈਂ ਕੰਗ ਜੀ ਦਾ ਰੁਖ ਕਰਦਾ। ਆਮ ਆਦਮੀ ਪਾਰਟੀ ਤੋਂ ਮਲਵਿੰਦਰ ਸਿੰਘ ਕੰਗ ਜੀ ਜੁੜੇ ਹੋਏ ਨੇ। ਕੰਗ ਸਾਹਿਬ, ਕੋਈ ਇਤਰਾਜ਼ ਹੈ ਇਸ ਪੂਰੇ ਮੁੱਦੇ ਉੱਤੇ? ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਤੁਹਾਡੇ ਲੀਡਰ ਨੇ, ਉਹਨਾਂ ਦੀ ਸੁਣਵਾਈ ਅਸੀਂ ਆਪਣੇ ਦਰਸ਼ਕਾਂ ਨੂੰ, ਤਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਇੰਡੀਆ ਦੇ ਜਿਹੜੇ ਅਲਾਇੰਸ ਦੇ ਵਿੱਚ ਪਾਰਟੀਆਂ ਹੈਗੀਆਂ ਨੇ ਉਹਨਾਂ ਦੇ ਲੀਡਰਾਂ ਨੂੰ ਲੱਗ ਰਿਹਾ ਕਿ ਇੰਡੀਆ ਸ਼ਬਦ ਅਸੀਂ ਰੱਖ ਲਿਆ ਤਾਂ ਇਸ ਕਰਕੇ ਇਤਰਾਜ਼ ਹੋ ਗਿਆ, ਇਸ ਕਰਕੇ ਚੇਂਜ ਕਰਨ ਜਾ ਰਹੇ। देखो गौरव जी, एक गल तुसी हुणे जिक्र किया मोहन भागवत जी का जी। मोहन भागवत जी दियां दो स्टेटमेंट्स जिहड़ियां हैगियां बड़ियां इंपॉर्टेंट है इस समय जी। एक बार उन्होंने बिहार के इलैक्शन च कहा सी, जिहड़े RSS के चीफ है, कि जिहड़ा रिजर्वेशन है दलित भाईचारे लई ओते रीथिंक होना चाहिए है, थोड़े साल पहला। दूजी उन्होंने स्टेटमेंट दी है भी इंडिया शब्द जिहड़ा है खत्म कर देना चाहिए है ते भारत जिहड़ा है लिखना चाहिए। और अज जिस तरीके नाल प्रेसिडेंट ऑफ इंडिया की जगह प्रेसिडेंट ऑफ भारत, देखो इंडिया शब्द आर्टिकल 1 च बाबा साहब अंबेडकर जिहड़े साडे संविधान के निर्माता हैं, डॉक्टर अंबेडकर साहब, उन्होंने पहला आर्टिकल च लिखा है इंडिया / भारत, ये साडे मुल्क के नां आ। बीजेपी नूं दलित भाईचारे तो, बीजेपी नूं अंबेडकर साहब तो नफरत है। और मैं दो स्टेटमेंट्स का जिक्र किया है जिहड़ा RSS चीफ दे, और RSS चीफ मतलब
ਬੀਜੇਪੀ ਦੀ ਮਾਂ, ਬੀਜੇਪੀ ਉੱਥੋਂ ਹੀ ਪ੍ਰੇਰਣਾ ਲੈਂਦੀ, ਉਹਨਾਂ ਦੇ ਪੈਦਾ ਬੀਜੇਪੀ ਉੱਥੋਂ ਹੀ ਪੈਦਾ ਹੁੰਦੀ ਆ। ਤਾਂ ਇਹ ਤੋਂ ਬੜਾ ਸਪਸ਼ਟ ਹੋ ਗਿਆ ਕਿ ਪਹਿਲੀ ਗੱਲ ਜਿਹੜਾ ਅਸੀਂ ਕਹਿੰਦੇ ਇਹ ਸੰਵਿਧਾਨ ਬਦਲਣਾ ਚਾਹੁੰਦੇ, ਇਹਨਾਂ ਨੇ ਸ਼ੁਰੂਆਤ ਕੀਤੀ ਇਮੀਡੀਏਟਲੀ। ਕਾਰਨ ਜਿਹੜਾ ਬਣਿਆ ਆ ਡੈਫੀਨੇਟਲੀ ਜਦੋਂ ਦਾ ਇੰਡੀਆ ਬਲੌਕ ਬਣਿਆ ਆ, ਭਾਰਤ ਦੀਆਂ ਤਮਾਮ ਉਹ ਰਾਜਨੀਤਿਕ ਪਾਰਟੀਆਂ ਜਿਹੜਾ ਸੰਵਿਧਾਨ ਨੂੰ ਬਚਾਉਣ ਲਈ, ਔਰ ਇਹਦੇ ਪਿੱਛੇ ਵੀ ਇੱਕੋ ਹੀ ਕੰਸਰਨ ਸੀ ਗੌਰਵ ਜੀ ਕਿ ਮੋਦੀ ਸਾਹਿਬ ਅਗਰ 2024 ਚ ਆਉਣਗੇ ਤੇ ਸੰਵਿਧਾਨ ਬਦਲਣਗੇ, ਫਿਰ ਚੋਣਾਂ ਨਹੀਂ ਹੋਣਗੀਆਂ ਔਰ ਦਲਿਤ ਭਾਈਚਾਰੇ ਔਰ ਗਰੀਬਾਂ ਲਈ ਰਿਜ਼ਰਵੇਸ਼ਨ ਖਤਮ ਕਰਨਗੇ। ਆਲਰੇਡੀ ਇਹਨਾਂ ਦੇ ਮੋਹਨ ਭਾਗਵਤ ਜੀ ਕਹਿ ਚੁੱਕੇ ਆ। ਔਰ ਇੰਡੀਆ ਬਲੌਕ ਜਿਹੜਾ ਲਗਾਤਾਰ ਤਾਕਤ ਨੂੰ ਮਿਲ ਰਹੀ ਹੈ, ਲੋਕਾਂ ਚ ਹੰਗਾਰਾ ਮਿਲ ਰਿਹਾ ਹੈ, ਇਹ ਇਮੀਡੀਏਟਲੀ ਕਾਰਨ ਬਣਿਆ ਹੈ। ਤੇ ਜੇ ਜੈਬਵੰਤ ਜੀ ਕਹਿ ਰਹੇ ਸੀ ਇਹ ਚ ਫਰਕ ਕੀ ਪੈਂਦਾ ਹੈ, ਭਾਰਤ ਲਿਖਿਆ, ਤੇ ਜੇ ਫਰਕ ਨਹੀਂ ਪੈਂਦਾ ਤੇ ਫਿਰ ਪ੍ਰੈਜ਼ੀਡੈਂਟ ਆਫ ਅੰਗਰੇਜ਼ੀ ਚ ਤੁਸੀਂ ਲਿਖਿਆ ਜਿਹੜਾ ਲੈਟਰ ਮੇਰੇ ਕੋਲ ਪਿਆ ਇਨਵੀਟੇਸ਼ਨ G20 ਜਿਹੜਾ ਹੈਗਾ ਓਕੇਜ਼ਨ ਆਫ G20 ਦਾ ਪ੍ਰੈਜ਼ੀਡੈਂਟ ਆਫ ਭਾਰਤ, ਤੇ ਪ੍ਰੈਜ਼ੀਡੈਂਟ ਆਫ ਇੰਡੀਆ ਲਿਖ ਦਿੰਦੇ। ਹਾਂ, ਜਿਹੜੇ ਹਿੰਦੀ ਸ਼ਬਦ ਜਿੱਥੇ ਵਰਤਣੇ ਸੀ ਜਾਂ ਇਨਵੀਟੇਸ਼ਨ ਉੱਥੇ ਭਾਰਤ ਲਿਖ ਲੈਂਦੇ, ਭਾਰਤ ਦੇ ਰਾਸ਼ਟਰਪਤੀ, ਫਿਰ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਇਹ ਬਹੁਤ ਹੀ ਖਤਰਨਾਕ ਜਿਹੜੀ ਇਹਨਾਂ ਦੀ ਸਾਜ਼ਿਸ਼ ਹੈ ਭਾਜਪਾ ਦੀ, ਭਾਰਤ ਦੇ ਸੰਵਿਧਾਨ ਨੂੰ ਮਰੋੜਨ ਦੀ, ਤੋੜਨ ਦੀ, ਔਰ ਭਾਰਤ ਦੇ ਲੋਕਾਂ ਨਾਲ ਨਫ਼ਰਤ ਉਹ ਬਾਹਰ ਆਈ ਆ। ਔਰ ਇਸ ਪਹਿਲੇ ਜਿਹੜਾ ਕਾਰਨਾਮਾ ਇਹਨਾਂ ਨੇ ਅੱਜ ਕੀਤਾ। ਜੀ ਠੀਕ ਹੈ, ਮੈਂ ਅਗਲੇ ਸਵਾਲ ਲੈ ਕੇ ਕੰਗ ਸਾਹਿਬ ਤੁਹਾਡੇ ਕੋਲ ਆਉਣਾ। ਨੂੰ ਬਦਲਣ ਦੀ ਕਵਾਇਦ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਨੂੰ ਬਦਲਣ ਦੀ ਇੱਕ ਕਵਾਇਦ ਇੱਕ ਤਰੀਕੇ ਨਾਲ ਬੀਜੇਪੀ ਕਰ ਰਹੀ ਹੈ। ਮੈਂ ਇੱਕ ਵਾਰ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ, ਫਿਰ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਬਹੁਤ ਸਾਰੇ ਸਵਾਲ ਹੋਣਗੇ। ਅੰਬੇਡਕਰ ਸਾਹਿਬ ਨਾਲ ਨਫ਼ਰਤ ਵੀ ਆ ਦੂਸਰੀ ਗੱਲ। ਠੀਕ ਹੈ, ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ ਹਾਂ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਖੜਿਆਲ ਸਾਹਿਬ, ਕਾਂਗਰਸ ਖੁੱਲ ਕੇ ਵਿਰੋਧ ਕਰਦੀ ਇਸ ਦਾ ਨਜ਼ਰ ਆ ਰਹੀ ਹੈ। ਦੇਖੋ, ਮੈਂ ਉਸੇ ਪੁਆਇੰਟ ਤੋਂ ਸ਼ੁਰੂ ਕਰਦਾ। ਬੀਜੇਪੀ ਨੂੰ ਲੱਗਦਾ ਹੈ ਕਿ ਤੁਹਾਨੂੰ ਭਾਰਤ ਸ਼ਬਦ ਤੋਂ ਹੀ ਨਫ਼ਰਤ ਹੈ। ਬੀਜੇਪੀ ਦੀਆਂ ਸਟੇਟਮੈਂਟਸ ਜਿਹੜੀਆਂ ਪੂਰਾ ਦਿਨ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸੁਣਵਾਈਆਂ, ਉਹ ਫੋਕਸਡ ਇੱਕ ਪੁਆਇੰਟ ਦੇ ਉੱਤੇ ਹੈ ਕਿ ਕਾਂਗਰਸ, ਨਾਮ ਨਹੀਂ ਲੈ ਰਹੇ ਹੋ ਬੇਸ਼ੱਕ, ਪਰ ਇਸ਼ਾਰਾ ਤੁਹਾਡੇ ਵਾਲੇ ਪਾਸੇ ਹੈ ਕਿ ਤੁਹਾਨੂੰ ਭਾਰਤ ਮਾਤਾ ਕੀ ਜੈ ਕਹਿਣ ਦੇ ਨਾਲ ਪ੍ਰੋਬਲਮ ਹੈ, ਭਾਰਤ ਸ਼ਬਦ ਵਰਤਨ ਦੇ ਨਾਲ ਪ੍ਰੋਬਲਮ ਹੈ। ਇੰਡੀਆ ਤੁਸੀਂ ਵਰਤ ਰਹੇ ਹੋ, ਕੋਈ ਦਿੱਕਤ ਨਹੀਂ। ਧੰਨਵਾਦ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਬੌਖਲਾਹਟ ਦਾ, ਘਬਰਾਹਟ ਦਾ ਤੇ ਨਰਵਸਨੈਸ ਦਾ ਇਹ ਪ੍ਰਤੀਕ ਹੈ, ਸਰਟੀਫਿਕੇਟ ਹੈ ਕਿ ਇੰਡੀਆ ਅਲਾਈਅੰਸ ਤੋਂ ਭਾਰਤੀ ਜਨਤਾ ਪਾਰਟੀ ਕਿੰਨਾ ਡਰੀ ਬੈਠੀ ਹੈ, ਘਬਰਾਈ ਬੈਠੀ ਹੈ ਵੀ 2024 ਦੇ ਵਿੱਚ ਜਿਵੇਂ ਹਿਮਾਚਲ ਤੇ ਕਰਨਾਟਕਾ ਸਾਨੂੰ ਮੁਕਤ ਕੀਤਾ, 2024 ਚ ਵੀ ਕਰਨਗੇ ਇੰਡੀਆ ਅਲਾਈਅੰਸ ਵਾਲੇ। ਸੋ ਮੈਂ ਭਾਰਤੀ ਜਨਤਾ ਪਾਰਟੀ ਨੂੰ ਦੋ ਤਿੰਨ ਚੀਜ਼ਾਂ ਸਪਸ਼ਟ ਕਰਦਾ। ਪਹਿਲਾ ਤਾਂ ਕਿ ਕੱਲ ਨੂੰ ਜੇ ਇੰਡੀਆ ਅਲਾਈਅੰਸ ਜਿਹੜੀ ਆਪੋਜੀਸ਼ਨ ਯੂਨਿਟੀ ਹੈ ਉਹਨੂੰ ਇੰਡੀਆ ਓਬਲੀਕ ਸਲੈਸ਼ ਪਾ ਕੇ ਭਾਰਤ ਕਰ ਦਿੰਨੇ ਆ ਤਾਂ ਕਿ ਤੁਸੀਂ ਭਾਰਤ ਵੀ ਨਾ ਬਦਲ ਦੋਗੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਕਹੂੰਗਾ ਵੀ ਇਨਸਿਕਿਉਰਿਟੀ ਦੀ ਵੀ ਨਾ ਕੋਈ ਸੀਮਾ ਹੁੰਦੀ ਹੈ ਤੇ ਉਹ ਸੀਮਾ ਨੂੰ ਥੋੜਾ ਬਰਕਰਾਰ ਰੱਖੋ। ਮੈਂ ਇਹਨਾਂ ਨੂੰ ਪੁੱਛੂੰਗਾ ਗੌਰਵ ਜੀ ਕਿ ਟਾਈਮਿੰਗ ਜੇ ਮਤਲਬ ਇਹ ਕਹਿ ਰਿਹਾ ਗੁਲਾਮੀ ਦਾ ਪ੍ਰਤੀਕ ਹੈ ਨਾਮ ਇੰਡੀਆ, ਤੁਸੀਂ ਇੱਕ ਬਾਈਟ ਵੀ ਚਲਾ ਰਹੇ ਸੀਗੇ, ਤੁਸੀਂ ਡਿਟੇਲ ਚ ਦੱਸ ਰਹੇ ਸੀ ਗੌਰਵ ਜੀ, ਕਿਸੇ ਲੀਡਰ ਨੇ ਕਿਹਾ ਸੋ ਜੇ ਗੁਲਾਮੀ ਦਾ ਪ੍ਰਤੀਕ ਹੈ ਨਾਮ, ਫਿਰ 2014 ਦੇ ਵਿੱਚ ਆ ਕੇ ਕੋਈ ਨਾਮ ਬਦਲਿਆ ਬਾਈ ਤੁਸੀਂ? ਤੁਹਾਨੂੰ 2023 ਦੇ ਵਿੱਚ ਇਹ ਕਰਨ ਦੀ ਕਿਉਂ ਲੋੜ ਪਈ? ਉਹ ਤਾਂ ਪਈ ਤਾਂ ਕਿ ਇੰਡੀਆ ਅਲਾਈਅੰਸ ਨੂੰ ਢਾਹ ਲਾ ਸਕਣ। ਜਿਹੜਾ ਲੋਕਾਂ ਦੇ ਵਿੱਚ ਆਪਣਾ ਪਿਆਰ ਹੈ ਸਾਡੇ ਅਲਾਈਅੰਸ ਦੇ ਪ੍ਰਤੀ, ਉਹਨੂੰ ਤੋੜਿਆ ਜਾ ਸਕੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਨਾ ਇੱਕ ਆਦਤ ਹੈ ਗੌਰਵ ਜੀ, ਇਹਨਾਂ ਕੋਲੇ ਕੰਮ ਤਾਂ ਦਿਖਾਉਣ ਨੂੰ ਹੁੰਦਾ ਨਹੀਂ ਹੈ, ਸੋ ਨਾਮ ਬਦਲ ਕੇ ਉਹਨੂੰ ਐਸ ਕੰਮ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਲੱਗਦਾ 9 ਸਾਲਾਂ ਦੇ ਵਿੱਚ ਜੇ ਬੀਜੇਪੀ ਨੇ ਕੁਝ ਕੀਤਾ ਹੈ ਤੇ ਸਿਰਫ ਔਰ ਸਿਰਫ ਇੱਕ ਚੀਜ਼ ਕੀਤੀ ਹੈ, ਉਹ ਨਾਮ ਬਦਲਣਾ। ਸਟੇਡੀਅਮ ਤੋਂ ਲੈ ਕੇ ਤੁਸੀਂ ਲਾ ਲਓ, ਸ਼ਹਿਰਾਂ ਤੋਂ ਲੈ ਕੇ, ਕਾਨੂੰਨ ਤੋਂ ਲੈ ਕੇ, ਐਸੀ ਕੋਈ ਚੀਜ਼ ਛੱਡੀ ਨਹੀਂ, ਮਿਊਜ਼ੀਅਮ ਤੋਂ ਲੈ ਕੇ, ਜਿਹਦਾ ਨਾਂ ਨਾ ਬਦਲਿਆ ਹੋਵੇ ਭਾਰਤੀ ਜਨਤਾ ਪਾਰਟੀ ਨੇ। ਤੇ ਕਿੱਡੀ ਵੱਡੀ ਐਕਸਰਸਾਈਜ਼ ਹੈ ਗੌਰਵ ਜੀ, ਤੇ ਕਿੱਡੇ ਵੱਡੇ ਕਨਸੀਕੁਐਂਸ ਹੈ, ਇਹ ਮੈਂ ਤੁਹਾਨੂੰ ਦੱਸਦਾ। ਮੈਂ ਪੁਆਇੰਟ ਤੇ ਆਵਾਂ, ਮੈਂ ਇੱਕ ਪੁਆਇੰਟ ਤੇ ਆਣਾ। ਮੈਂ ਖੜਿਆਲ ਸਾਹਿਬ ਇੱਕ ਪੁਆਇੰਟ ਤੁਹਾਡੇ ਤੋਂ ਸਮਝਣਾ ਚਾਹ ਰਿਹਾ। ਦ ਪ੍ਰੈਜ਼ੀਡੈਂਟ ਆਫ ਭਾਰਤ ਲਿਖਣ ਦੇ ਉੱਤੇ ਇਤਰਾਜ਼ ਹੈ, ਗਲਤ ਤਾਂ ਉਹ ਵੀ ਨਹੀਂ ਹੈ, ਤਾਂ ਤੁਸੀਂ ਵੀ ਮੰਨੋਗੇ। ਇਨਫੈਕਟ ਤੁਸੀਂ ਖੁਦ ਲਾਇਰ ਹੋ, ਬਹੁਤ ਸੀਨੀਅਰ, ਇਹ ਤੁਸੀਂ ਸਮਝਦੇ ਹੋ ਕਿ ਬਾਕੀ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ। ਦ ਪ੍ਰੈਜ਼ੀਡੈਂਟ ਆਫ ਭਾਰਤ, ਬੀਜੇਪੀ ਇਹੀ ਕਹਿ ਰਹੀ ਹੈ, ਫਿਰ ਕੀ ਹੋ ਗਿਆ ਜੇ ਭਾਰਤ ਲਿਖ ਦਿੱਤਾ? ਤੁਸੀਂ ਉਸ ਦੇ ਉੱਤੇ ਇੰਨਾ ਇਤਰਾਜ਼ ਕਿਉਂ ਜਤਾ ਰਹੇ? ਕਿ ਭਾਰਤੀ ਜਨਤਾ ਪਾਰਟੀ ਦੀ ਇਹ ਜਿਹੜੀ ਚਾਲ ਹੈ, ਜਿਹੜਾ ਇਹ ਐਕਸ਼ਨ ਹੈ ਜੀ, ਇਹ ਤੁਸੀਂ ਦੇਖੋ ਕਿ 9 ਸਾਲਾਂ ਬਾਅਦ ਲੈ ਕੇ ਆ ਰਹੇ ਹੈ ਪਾਵਰ ਚ ਆਉਣ ਦੇ ਬਾਅਦ। ਜੇ ਏਡੀ ਅਰਜੈਂਸੀ ਸੀ, ਏਡਾ ਜ਼ਰੂਰੀ ਸੀ, ਇੰਡੀਆ ਨਾਮ ਹੀ ਗਲਤ ਹੈ, ਤਾਂ 2014 ਦੇ ਵਿੱਚ ਇਹ ਕਰਦੇ। ਲੇਕਿਨ ਹੁਣ ਤਾਂ ਕਰ ਰਹੇ ਹੈ ਤਾਂ ਕਿ ਲੋਕਾਂ ਨੂੰ, ਵੋਟਰਾਂ ਨੂੰ ਵੂ ਕੀਤਾ ਜਾ ਸਕੇ, ਕਿਉਂਕਿ ਹੋਰ ਕੁਝ ਕੰਮ ਤਾਂ ਦਿਖਾਉਣ ਨੂੰ ਹੈ ਨਹੀਂ, ਸੋ ਇਹਨੂੰ ਦਿਖਾਉਣਾ ਚਾਹੁੰਦੇ। ਗੌਰਵ ਜੀ, ਦੂਜੀ ਗੱਲ ਇਹ ਹੈ ਕਿ ਸਾਡਾ ਸੰਵਿਧਾਨ
ਸਾਡਾ ਲੋਕਤੰਤਰ ਤੇ ਸਾਡਾ ਦੇਸ਼ ਖਤਰੇ 'ਚ ਹੈ। ਇਹੀ ਚੀਜ਼ਾਂ ਕਰਕੇ ਬੀਜੇਪੀ ਦੀ ਕਦੇ ਵਨ ਨੇਸ਼ਨ ਵਨ ਇਲੈਕਸ਼ਨ ਕਹਿਣਗੇ, ਕਦੇ ਕਹਿਣਗੇ ਦੇਸ਼ ਦਾ ਨਾਮ ਹੀ ਬਦਲ ਦੇਣਾ ਹੈ, ਕਦੇ ਕਹਿਣਗੇ ਅਸੀਂ ਕ੍ਰਿਸ਼ੀ ਕਾਨੂੰਨ ਇੰਪਲੀਮੈਂਟ ਕਰਨੇ ਹੈ, ਕਦੇ ਨੋਟਬੰਦੀ ਕਰ ਦੇਣਗੇ। ਬੜੀ ਖਤਰਨਾਕ ਗੱਲ ਹੈ ਗੌਰਵ ਜੀ, ਇਹ ਬੀਜੇਪੀ ਦੀ ਕੋਈ ਲਿਮਿਟੇਸ਼ਨ ਨਹੀਂ ਹੈ ਜਦੋਂ ਡੰਡਾ ਤੰਤਰ ਕਰਨ ਤੇ ਆਉਂਦੇ। ਦੂਜੀ ਗੱਲ ਇਹ ਹੈ 140 ਕਰੋੜ ਲੋਕਾਂ ਦਾ ਦੇਸ਼ ਹੈ ਗੌਰਵ ਜੀ। ਮੈਂ ਬੀਜੇਪੀ ਨੂੰ ਪੁੱਛੂੰਗਾ ਕਿ ਐਜ਼ ਆਫ ਨਾਓ ਤਾਂ ਇੰਡੀਆ ਹੈ ਸਾਡਾ ਜੋ ਦੇਸ਼ ਦਾ ਨਾਮ ਹੈ, ਪ੍ਰੀਐਮਬਲ ਇੰਟਰੋਡਕਸ਼ਨ ਹੈ ਸੰਵਿਧਾਨ ਦਾ, ਜੋ ਕਹਿੰਦਾ ਵੀ ਦਾ ਪੀਪਲ ਆਫ ਇੰਡੀਆ ਸੋਸ਼ਲਿਸਟ ਸੋਵਰਨ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ। ਤੇ ਜੇ ਨਾਮ ਹਜੇ ਬਦਲਿਆ ਨਹੀਂ ਗਿਆ ਤੇ ਤੁਸੀਂ ਪਹਿਲੇ ਇਨਵੀਟੇਸ਼ਨ ਤੇ ਭਾਰਤ ਲਿਖਦੇ ਹੋ। ਇਹ ਕਿਹਨੂੰ ਪੁੱਛ ਕੇ ਕੀਤਾ, ਕਿਹਨੂੰ ਕੰਸਲਟ ਕੀਤਾ ਗੌਰਵ ਜੀ ਇਹਨਾਂ ਨੇ, ਕਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਇਸ ਚੀਜ਼ ਤੇ? ਜੇ ਤਾਂ ਹੁੰਦਾ ਗੌਰਵ ਜੀ ਕਿ ਚਰਚਾ ਹੋਈ ਹੁੰਦੀ, ਡਿਲੀਬਰੇਸ਼ਨ ਹੋਈ ਹੁੰਦੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ, ਸਟੇਕ ਹੋਲਡਰ ਨੂੰ ਪੁੱਛਿਆ ਹੁੰਦਾ, ਦੇਸ਼ ਦੇ ਲੋਕਾਂ ਨੂੰ ਪੁੱਛਿਆ ਹੁੰਦਾ, that would have been a different thing। ਬਗੈਰ ਪੁੱਛੇ ਥੋਪਣ ਦੀ ਆਦਤ ਭਾਰਤੀ ਜਨਤਾ ਪਾਰਟੀ ਦੀ ਜਾਂਦੀ ਨਹੀਂ। ਤੇ ਕਿਉਂ ਕਰਦੇ ਗੌਰਵ ਜੀ? ਇਹ ਸਮਝਣਾ ਬੜਾ ਜ਼ਰੂਰੀ ਹੈ। ਇਹ ਆਪਣਾ ਪ੍ਰਿੰਟ ਛੱਡਣਾ ਚਾਹੁੰਦੇ ਗੌਰਵ ਜੀ, ਸੋਸ਼ਲ, ਕਲਚਰਲ, ਲੀਗਲ ਤੇ ਪੋਲੀਟੀਕਲ ਐਸਪੈਕਟਸ ਤੇ ਦੇਸ਼ ਦੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਇੱਕ ਗੱਲ ਕਹੂੰਗਾ ਕਿ ਬੀਜੇਪੀ ਕਿਉਂ ਮਤਲਬ ਕਿ ਬਗੈਰ ਕੋਈ ਪਲਾਨ ਆਫ ਐਕਸ਼ਨ ਦੇ, ਬਗੈਰ ਕੋਈ ਡਿਲੀਬਰੇਸ਼ਨ ਦੇ ਚੀਜ਼ ਕਰਦੀ ਹੈ। ਕਿਉਂਕਿ ਗੌਰਵ ਜੀ ਜਦੋਂ ਇਹਦਾ ਨਾਮ ਬਦਲਦੇ ਆ ਨਾ, ਉਹਦੇ ਬਾਅਦ ਡਾਕੂਮੈਂਟੇਸ਼ਨ ਦੇ ਵਿੱਚ ਨਾਮ ਬਦਲਣ ਦੀ ਲੋੜ ਪਊਗੀ। ਕਿੰਨਾ ਖਰਚਾ ਆਊਗਾ, ਨੰਬਰ 1। ਨੰਬਰ 2, ਇਹ ਪੈਸਾ ਜਦੋਂ ਲੱਖਾਂ ਕਰੋੜਾਂ ਦਾ ਸਾਡੇ ਤੇ ਕਰਜ਼ਾ, ਹਿੰਦੁਸਤਾਨ ਦੇ ਖਜ਼ਾਨੇ ਉੱਤੇ ਕਰਜ਼ਾ ਕਿੰਨਾ ਹੈ ਗੌਰਵ ਜੀ, ਕੀ ਆਪਾਂ ਇਹ ਐਕਸਰਸਾਈਜ਼ ਅਫੋਰਡ ਕਰ ਸਕਦੇ ਹਾਂ? ਠੀਕ ਹੈ, ਇਹ ਪੁਆਇੰਟ ਤੇ ਆਵਾਂਗੇ ਹਨਾ ਕਿ ਖੜਿਆਲ ਸਾਹਿਬ ਇਸ ਦੇ ਵਿੱਚ ਇੱਕ ਵੀ ਪੁਆਇੰਟ ਜ਼ਰੂਰ ਚੁੱਕਿਆ ਜਾ ਰਿਹਾ ਹੈ ਜੋ, ਕਿਉਂਕਿ ਫਿਲਹਾਲ ਤਾਂ ਕੋਈ ਖਰੜਾ ਜਾਂ ਕੁਝ ਇਸ ਤਰੀਕੇ ਦਾ ਬਿੱਲ ਜਾਂ ਕੋਈ ਮਤਾ ਤਾਂ ਸਾਹਮਣੇ ਨਹੀਂ ਆਇਆ, ਪਰ ਚਰਚਾਵਾਂ ਜ਼ਰੂਰ ਨੇ। ਚਰਚਾਵਾਂ ਇਹ ਵੀ ਨੇ ਕਿ ਅੱਗੇ ਭਾਰਤ ਸ਼ਬਦ ਦਾ ਅੱਗੇ ਤੋਂ ਇਸਤੇਮਾਲ ਵੱਧ ਤੋਂ ਵੱਧ ਕੀਤਾ ਜਾਵੇ ਜਾਂ ਸਿਰਫ ਭਾਰਤ ਸ਼ਬਦ ਦਾ ਇਸਤੇਮਾਲ ਕੀਤਾ ਜਾਵੇ, ਜਿਹੜੇ ਪੁਰਾਣੇ ਡਾਕੂਮੈਂਟਸ ਨੇ ਐਜ਼ ਇਟ ਇਜ਼ ਚੱਲਦੇ ਰਹਿਣਗੇ। ਇਹ ਵੀ ਇੱਕ ਚਰਚਾ ਜ਼ਰੂਰ ਹੈ। ਜਿਹੜਾ ਤੁਹਾਡਾ ਖਰਚੇ ਵਾਲਾ ਪੁਆਇੰਟ ਹੈ, ਮੈਂ ਇਸ ਕਰਕੇ ਕਹਿ ਰਿਹਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਦੀਪਾ ਜੀ ਦਾ ਰੁਕ ਕਰਦਾ, ਰਜਿੰਦਰ ਦੀਪਾ ਜੀ ਦਾ। ਰਜਿੰਦਰ ਦੀਪਾ ਜੀ, ਅਕਾਲੀ ਦਲ ਦਾ ਕੀ ਸਟੈਂਡ ਹੈ? ਕਿ ਅਕਾਲੀ ਦਲ ਨੂੰ ਇਤਰਾਜ਼ ਹੈ ਜੇ ਇੰਡੀਆ ਸ਼ਬਦ ਨੂੰ ਹਟਾ ਦਿੱਤਾ ਜਾਂਦਾ ਹੈ, ਹਰ ਜਗ੍ਹਾ ਭਾਰਤ ਆਵੇ, ਜਿਵੇਂ ਸੱਦੇ ਪੱਤਰ 'ਚ ਆ ਗਿਆ the president of ਭਾਰਤ? ਇਹ ਦੇਖੋ, ਇਤਰਾਜ਼ ਵਾਲੀ ਤਾਂ ਕੋਈ ਐਸੀ ਗੱਲ ਨਹੀਂ, ਪਰ ਐਡਾ ਵੱਡਾ ਡਿਸੀਜਨ ਜਦੋਂ ਕੋਈ ਲੈਂਦਾ ਹੈ, ਸੈਂਟਰਲ ਗਵਰਨਮੈਂਟ ਲੈ ਰਹੀ ਹੈ, ਪਰ ਆਮ ਲੋਕ ਇਹ ਸੋਚਦੇ ਜ਼ਰੂਰ ਹੈ ਯਾਰ ਵਜ੍ਹਾ ਕੀ ਹੈ, ਕੀ ਵਜ੍ਹਾ ਹੈ ਕਿ ਇਹ ਐਡਾ ਵੱਡਾ ਡਿਸੀਜਨ ਲਿਆ ਜਾ ਰਿਹਾ, ਉਹ ਵੀ ਜਦੋਂ ਇਲੈਕਸ਼ਨ 6-7 ਮਹੀਨੇ ਰਹਿ ਗਏ ਪਾਰਲੀਮੈਂਟ ਦੇ, ਔਰ ਉਦੋਂ ਜਦੋਂ ਇੱਕ 26-27 ਪਾਰਟੀਆਂ ਦਾ ਜਿਹੜੀਆਂ ਵਿਰੋਧੀ ਧਿਰਾਂ ਦਾ ਇੱਕ ਅਲਾਇੰਸ ਗਠਬੰਧਨ ਬਣਨ ਜਾ ਰਿਹਾ ਜਾਂ ਬਣ ਗਿਆ, ਜਾਂ ਕਿੰਨਾ ਕੁ ਕਾਮਯਾਬ ਹੁੰਦਾ ਮੈਂ ਉਹਦੇ ਚ ਨਹੀਂ ਜਾਂਦਾ, ਉਹਨੇ ਇੰਡੀਆ ਨਾਂ ਰੱਖਤਾ, ਇੱਕ ਪਰਸੈਪਸ਼ਨ ਜੀ, ਇੱਕ ਚਰਚਾ ਇਹ ਤਾਂ ਜ਼ਰੂਰ ਚੱਲੂ। ਸ਼ਾਇਦ ਉਸ ਗੱਲ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਘਬਰਾਹਟ ਹੈ, ਮਤਲਬ ਇਹ ਗੱਲ ਇੱਕ ਚਰਚਾ ਚ, ਸਾਨੂੰ ਇਸ ਚੀਜ਼ ਦਾ ਨਹੀਂ ਫਰਕ ਪੈਂਦਾ। ਪਰ ਹਾਂ, ਜੇ ਇਸ ਚੀਜ਼ ਨੂੰ ਤੁਸੀਂ ਪੋਲਰਾਈਜ਼ ਬੰਨੀ ਲੈ ਕੇ ਜਾਂਦੇ ਹੋ, ਨਾਰਥ ਵਰਸਸ ਸਾਊਥ ਕਰਨਾ ਚਾਹੁੰਦੇ ਹੋ, ਜਾਂ ਜਿਹੜੀਆਂ ਮਾਈਨੋਰਟੀਜ਼ ਹੈ ਉਹਨਾਂ ਨੂੰ ਕੁਝ ਹੋਰ ਮੈਸੇਜ ਦੇਣਾ ਚਾਹੁੰਦੇ ਹੋ, ਸਾਨੂੰ ਫਿਰ ਇਤਰਾਜ਼ ਹੈ। ਤੁਸੀਂ ਮੋਹਨ ਭਾਗਵਤ ਜੀ ਦੀ ਸਟੇਟਮੈਂਟ ਦੀ ਗੱਲ ਕੀਤੀ ਕਿ ਜੀ ਇਹ ਭਾਰਤ ਵਰਡ ਯੂਜ਼ ਹੋਣਾ ਚਾਹੀਦਾ। ਮੋਹਨ ਭਾਗਵਤ ਜੀ ਤਾਂ ਇੱਕ ਤੋਂ ਵੱਧ ਹਰ ਸਾਲ 2-3 ਵਾਰੀ ਇਹ ਵੀ ਸਟੇਟਮੈਂਟ ਦਿੰਦੇ ਆ ਕਿ ਜਿੰਨੀਆਂ ਵੀ ਮਾਈਨੋਰਟੀਜ਼ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਮੁਸਲਮਾਨ ਹੈ, ਤੇ ਭਾਵੇਂ ਉਹ ਕ੍ਰਿਸਚਨ ਹੈ, ਉਹ ਸਾਰੇ ਹਿੰਦੂਆਂ ਦੇ ਵਿੱਚੋਂ ਹੀ ਆਏ ਆ, ਹਿੰਦੂ ਹੀ ਸੀ, ਇਹਨਾਂ ਇਹ ਹਿੰਦੂ ਹੀ ਹੈ। ਬਈ ਹੁਣ ਹੋ ਸਕਦਾ ਹੈ ਤੁਸੀਂ ਜਾਓ ਇਹਨਾਂ ਦੇ ਇਤਿਹਾਸ ਦੇ ਵਿੱਚ, ਇਹ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦੀ ਹੈ, ਪਰ ਅੱਜ ਸਭ ਦੀ ਆਪਦੀ ਆਇਡੈਂਟੀਟੀ ਹੈ। ਜੇ ਸਿੱਖ ਧਰਮ ਦੀ ਗੱਲ ਕਰੀਏ, 350 ਸਾਲ ਤੋਂ ਪੁਰਾਣਾ ਇਹ ਧਰਮ ਹੋ ਗਿਆ, ਉਸ ਦੀ ਇੱਕ ਆਇਡੈਂਟੀਟੀ ਹੈ। ਜੇ ਤੁਸੀਂ ਉਹਨਾਂ ਨੂੰ ਅੱਜ ਉਵੇਂ ਹਿੰਦੂ ਕਹਿ ਕੇ ਕਹੋਗੇ ਤੇ ਉਹ ਸਿੱਖਾਂ ਨੂੰ ਮਾਨਿਆ ਨਹੀਂ ਹੈ। ਪਤਾ ਨਹੀਂ ਕਿਉਂ ਮੋਹਨ ਭਾਗਵਤ ਜੀ ਇਹ ਵਾਰੀ ਇਹ ਗੱਲ ਕਰਦੇ ਆ, ਤੇ ਉਹ ਗੱਲ ਫਿਰ ਮਿਨੋਰਟੀਜ਼ ਦੇ ਦਿਮਾਗ 'ਚ ਜਾਂਦੀ ਹੈ, ਰਾਸ਼ਟਰਵਾਦ ਦੀ ਗੱਲ ਕਰਦੇ। ਮੈਂ ਥੋੜਾ ਹੋਰ ਕਲੀਅਰ ਚਾਹੁੰਦਾ, ਮੈਂ ਦੇਖੋ ਕਾਂਗਰਸ ਨਹੀਂ, ਦੀਪਾ ਜੀ ਮੈਂ ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਿਹਾ, ਮੈਂ ਜੈਬਨ ਜੀ ਤੋਂ ਤੁਹਾਡੀ ਗੱਲ ਦਾ ਜਵਾਬ ਲਵਾਂਗਾ, पर मेरा एक सवाल है, क्योंकि कंफ्यूजन ना रहे। आम आदमी पार्टी बहुत क्लियर कट विरोध कर रही है, कांग्रेस बहुत क्लियर कट विरोध कर रही है, अकाली दल स्टैंड स्पष्ट कर दे कि इस दे विरोध दे विच हो कि नहीं हो, कि जे कोई बिल या मता लिआंदा जांदा है पार्लीमेंट दे विच तां अकाली दल इस दा नाल खड़ेगा बीजेपी दे या इस दे अगेंस्ट होएगा? देखो गौरव जी, ये तां चीज जदों आऊगी सामने किस तरह दा मता है, उस तरह दा ही पार्टी प्रेजिडेंट साडी कोर कमेटी फैसला करूगी। मैं उस ते अज नहीं टिप्पणी कर सकदा, ਜਿਹੜੀ ਚੀਜ਼ ਅਜੇ ਆਈ ਨਹੀਂ, ਆਪਾਂ ਉਹਦੇ ਬਾਰੇ ਕਹਿਣਾ ਮੇਰੇ ਲਈ ਠੀਕ ਨਹੀਂ ਹੈਗਾ। ਪਰ ਮੋਟੀ ਗੱਲ ਹੈ, ਕੋਈ ਵੀ ਚੀਜ਼ ਐਡਾ ਵੱਡਾ ਕੋਈ ਚੀਜ਼ ਹੁੰਦੀ ਹੈ ਤਾਂ ਉਹਦੀ ਵਜ੍ਹਾ ਜੋ ਲੋਕ ਜ਼ਰੂਰ ਸਮਝਣਾ ਚਾਹਣਗੇ ਵੀ ਕੀ ਵਜ੍ਹਾ ਹੈ। ਅੱਜ ਜੋ ਵਜ੍ਹਾ ਸਮਝ ਆ ਰਹੀ ਹੈ ਕਿ ਸ਼ਾਇਦ ਇੰਡੀਆ ਦੇ ਅਲਾਇੰਸ ਤੋਂ ਸਾਨੂੰ ਘਬਰਾਹਟ ਹੋਣੀ ਨਹੀਂ ਚਾਹੀਦੀ। ਨਰਿੰਦਰ ਮੋਦੀ ਜੀ ਦਾ ਨਾਂ ਹੋਵੇ, 10 ਸਾਲ ਦੀ ਸਰਕਾਰ ਚਲਾ ਰਹੇ ਹੈ, ਦੇਸ਼ ਵਿਦੇਸ਼ ਐਡਾ ਵੱਡਾ ਨਾਂ ਹੈ, ਫੁੱਲ ਮੈਜੋਰਟੀ ਹੈ, ਔਰ ਕਹਿ ਰਹੇ ਹੈ ਕਿ ਅਸੀਂ ਉਸ ਤੋਂ ਵੀ ਵੱਡੀਆਂ
सीटां लैके आवांगे नाल अमित शाह है एडा वड्डा इन्हां दा स्ट्रक्चर है घबराहट होनी नहीं चाहिदी भावें ਇਹ ਨਹੀਂ ਮੰਨਣਗੇ ਸਾਨੂੰ ਕੋਈ ਘਬਰਾਹਟ ਹੈ ਪਰ ਲੋਕਾਂ ਦੇ ਵਿੱਚ ਇਹ ਜਾ ਰਹੀ ਹੈ ਪਰਸੈਪਸ਼ਨ ਬਣ ਰਹੀ ਹੈ ਕਿ ਇਹਨੂੰ ਇੰਡੀਅਨ ਵਰਡ ਦੇ ਨਾ ਹੀ ਹੈ ਬਿਲਕੁਲ ਠੀਕ ਹੈ ਚਲੋ ਮੈਂ ਇੱਕ ਵਾਰੀ ਜਵਾਬ ਲੈਣਾ ਤੁਹਾਡਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਨਫੈਕਟ ਸਾਰੇ ਪੈਨਲਿਸਟ ਇਹ ਕਹਿ ਰਹੇ ਨੇ ਕਿ ਦੋ ਪਾਰਟੀਆਂ ਤਾਂ ਉਸ ਅਲਾਈਅੰਸ ਦੇ ਵਿੱਚ ਸ਼ਾਮਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਉਹ ਤਾਂ ਡਾਇਰੈਕਟਲੀ ਕਹਿ ਰਹੇ ਨੇ ਕਿ ਅਲਾਈਅੰਸ ਦੀ ਵਜ੍ਹਾ ਦੇ ਨਾਲ ਇਹ ਬਦਲਿਆ ਗਿਆ ਨਾਮ ਜਾਂ ਫਿਰ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ ਜੈਬਾਂਸ਼ ਜੀ ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ जयवंश जी आवाज आ रही है मेरी ਅਰਸ਼ਪ੍ਰੀਤ ਜੀ ਮੈਨੂੰ ਤੇ ਗੌਰਵ ਜੀ ਦੀ ਆਵਾਜ਼ ਨਹੀਂ ਆ ਰਹੀ ਅਗਰ ਮੇਰੇ ਕੋਲੋਂ ਪੁੱਛ ਰਹੇ ਤੇ ਮੈਨੂੰ ਦੱਸ ਦਿਓ ਮੈਂ ਜਵਾਬ ਦਿੰਦਾ ਅੱਛਾ ਉਹਨਾਂ ਦੀ ਆਵਾਜ਼ ਤੁਹਾਡੇ ਕੋਲ ਪਹੁੰਚ ਰਹੀ ਹੈ ਠੀਕ ਹੈ ਚਲੋ ਮੈਂ ਤਾਂ ਤੁਹਾਡੀ ਸਟੇਟਮੈਂਟ ਅਰਸ਼ਪ੍ਰੀਤ ਜੀ ਨੂੰ ਵੀ ਤੁਸੀਂ ਸੁਣਿਆ ਹੋਵੇਗਾ ਬਾਕੀ ਗੈਸਟ ਨੂੰ ਸੁਣਿਆ ਹੋਵੇਗਾ ਆਵਾਜ਼ ਨਹੀਂ ਆ ਰਹੀ ਮੈਨੂੰ ਗੌਰਵ ਜੀ ਤੁਹਾਡੀ ਮੈਨੂੰ ਅਰਸ਼ਪ੍ਰੀਤ ਜੀ ਦੀ ਆ ਗਈ ਸੀ ਕੰਗ ਜੀ ਦੀ ਆ ਗਈ ਸੀਗੀ ਤੁਸੀਂ ਅਰਸ਼ਪ੍ਰੀਤ ਜੀ ਆਸਕਿੰਗ ਨਹੀਂ ये सिर्फ ਤੁਹਾਨੂੰ ਹੀ ਪੁੱਛ ਰਹੇ ਜੀ ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ ਨਹੀਂ ਆਵਾਜ਼ ਨਹੀਂ ਆ ਰਹੀ ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਠੀਕ ਹੈ ਮੈਂ ਤੁਹਾਡੇ ਕੋਲ ਵਾਪਸ ਆਉਣਾ ਤੁਹਾਡੇ ਤੋਂ ਤਾਂ ਸਾਰੇ ਜਿਹੜੇ ਸਵਾਲ ਨੇ ਉਹਨਾਂ ਦਾ ਜਿਹੜਾ ਜਵਾਬ ਲੈਣਾ ਹੈ ਖੜਿਆਲ ਸਾਹਿਬ ਇੱਕ ਬਹੁਤ ਛੋਟੀ ਜਿਹੀ ਸਟੇਟਮੈਂਟ ਮੈਂ ਉਸ ਤੋਂ ਬਾਅਦ ਅੱਗੇ ਵਧਦਾ ਹੈ ਖੁੱਲ ਕੇ ਵਿਰੋਧ ਕਰੋਗੇ ਜੇਕਰ ਇਸ ਦੇ ਉੱਤੇ ਕੋਈ ਬਿੱਲ ਮਤਾ ਲਿਆਂਦਾ ਗਿਆ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਮੈਂ ਸਵਾਲ ਕੀਤੇ ਹੈ ਇਹ ਪੂਰੇ ਦੇਸ਼ ਦੇ ਸਵਾਲ ਹੈ ਵੀ ਬੀਜੇਪੀ ਜਿਹੜੀ ਹੈਗੀ ਹੈ 9 ਸਾਲ ਪਹਿਲਾਂ ਇਹ ਚੀਜ਼ ਨੂੰ ਕਿਉਂ ਨਹੀਂ ਇਹਨਾਂ ਨੇ ਕੀਤਾ ਜੇ ਗੁਲਾਮੀ ਦਾ ਪ੍ਰਤੀਕ ਹੈ ਨੰਬਰ 1 ਨੰਬਰ 2 ਭਾਰਤੀ ਜਨਤਾ ਪਾਰਟੀ ਜਿਹੜੇ ਕਦਮ ਚੱਕ ਰਹੀ ਹੈ ਨਾ ਗੌਰਵ ਜੀ ਟਾਈਮਿੰਗ ਨੂੰ ਤੁਸੀਂ ਦੇਖੋਗੇ ਜਦੋਂ ਇੰਡੀਆ ਅਲਾਈਅੰਸ ਅਸੀਂ ਡਿਕਲੇਅਰ ਕੀਤਾ ਅਨਾਉਂਸਮੈਂਟ ਕੀਤੀ ਕਿ ਆ ਸਾਡੀ ਅਲਾਈਅੰਸ ਦਾ ਨਾਮ ਹੈ ਉਹ ਤੋਂ ਕੁਝ ਟਾਈਮ ਬਾਅਦ ਇਹਨਾਂ ਨੇ ਇੰਡੀਆ ਨੂੰ ਭਾਰਤ ਕਰਤਾ ਤੇ ਕੀਤਾ ਵੀ ਕਿਸੇ ਤੋਂ ਬਗੈਰ ਪੁੱਛੇ ਬਗੈਰ ਕੰਸਲਟ ਕੀਤੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਤੇ ਹੈਰਾਨੀਅਤ ਇਹ ਹੈ ਗੌਰਵ ਜੀ ਕਿ ਪਾਰਲੀਮੈਂਟ ਇਨੋਗ੍ਰੇਸ਼ਨ ਵਾਲੇ ਵੀ ਸਪੋਰਟ ਕੀਤੀ ਹਾਲਾਂਕਿ 21 ਪੋਲੀਟੀਕਲ ਪਾਰਟੀਆਂ ਨੇ ਬਾਇਕਾਟ ਕੀਤਾ वन नेशन वन इलेक्शन ਤੇ ਵੀ ਬੀਜੇਪੀ ਨੂੰ ਸਪੋਰਟ ਕੀਤਾ ਹਾਲਾਂਕਿ ਸਭ ਤੋਂ ਵੱਡਾ ਖਤਰਾ ਹੀ ਸਟੇਟ ਪਾਰਟੀਆਂ ਲਈ ਹੈ ਸੂਬੇ ਦੀਆਂ ਪਾਰਟੀਆਂ ਲਈ वन नेशन वन ਇਲੈਕਸ਼ਨ ਤੇ ਪ੍ਰੈਜ਼ੀਡੈਂਟ ਤੋਂ ਭਾਰਤ ਹੋ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਬੁਖਲਾਹਟ ਹੈ ਬੀਜੇਪੀ ਦੀ ਬੀਜੇਪੀ ਨੇ ਨਹੀਂ ਕਿਹਾ ਵੀ ਬੁਖਲਾਹਟ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਬੀਜੇਪੀ ਨੂੰ ਕੋਈ ਬੁਖਲਾਹਟ ਨਹੀਂ ਹੈ ਵਕੀਲ ਬਣ ਕੇ ਉਹਨਾਂ ਦੀ ਪੂਰੀ ਰਿਪਰੈਜ਼ੈਂਟੇਸ਼ਨ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਗੌਰਵ ਜੀ ਕਿ ਇਹ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੈ ਇਕੱਠੇ ਹੈ ਤੇ ਇਕੱਠੇ ਰਹਿਣਗੇ ਡਿਕਲੇਅਰ ਕਰਨ ਨਾ ਕਰਨ ਦਿਖਦਾ ਜ਼ਰੂਰ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਇੰਨੀ ਗੱਲ ਦੱਸ ਦੇ ਕਿ ਤੁਹਾਡਾ ਜਿਹੜਾ ਰਿਪੋਰਟ ਕਾਰਡ ਹੈ ਜੋ ਤੁਸੀਂ ਲੋਕਾਂ ਕੋਲ ਲੈ ਕੇ ਜਾਂਦੇ ਹੋ ਤੇ ਉਹਦੇ ਵਿੱਚ ਨੇਮ ਚੇਂਜਿੰਗ ਸਪਰੀ ਸਭ ਤੋਂ ਉੱਤੇ ਆਉਂਦਾ ਗੌਰਵ ਜੀ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਦੱਸਿਆ ਇੱਥੇ ਜੈਮਨ ਸਾਹਿਬ ਕਿੰਨਾ ਖਰਚਾ ਕਰਤਾ ਅੱਜ ਤੱਕ ਨਾਮ ਹੀ ਬਦਲਣ ਤੇ रेलवे स्टेशनों तो लैके म्यूजियम तो लैके स्टेडियम्स तो लैके स्कूलों तो लैके शहरों तो लैके कानून आईपीसी सीआरपीसी एविडेंस एक्ट मतलब बख्शदे किसी ਨੂੰ ਤਾਂ ਬਖਸ਼ਦੇ ਭਾਰਤੀ ਜਨਤਾ ਪਾਰਟੀ ਇਹ ਦੇਸ਼ ਹੈ ਲੋਕਤਾਂਤਰਿਕ ਤਰੀਕੇ ਹੈ ਤੁਸੀਂ ਕਿਸੇ ਨੂੰ ਪੁੱਛਦੇ ਨਹੀਂ ਕਰਦੇ ਨਹੀਂ ਸਿੱਧਾ ਥੋਪ ਦਿੰਦੇ ਹੋ ਠੀਕ ਹੈ ਮੇਰੀ ਆਵਾਜ਼ ਹੁਣ ਤੱਕ ਪਹੁੰਚੇ ਤਾਂ ਆਪਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ ਪਰ ਮੈਂ ਇੱਕ ਵਾਰ ਰੁਕ ਕਰਦਾ ਕੰਗ ਸਾਹਿਬ ਦਾ ਇੱਕ ਵਾਰੀ ਕੰਗ ਜੀ ਦਾ ਰੁਕ ਕਰਦਾ ਕੰਗ ਜੀ ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ ਸਵਾਲ ਇਹ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਨਾਮ ਬਦਲੇ ਨੇ ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਇਨਫੈਕਟ ਬਹੁਤ ਸਾਰੇ ਦੇਸ਼ਾਂ ਦਾ ਮੈਂ ਨਾਮ ਲਿਆ ਹਾਲੈਂਡ ਦਾ ਟਰਕੀ ਦਾ ਉਸ ਤੋਂ ਬਾਅਦ ਬਰਮਾ ਦਾ ਸ਼੍ਰੀਲੰਕਾ ਦਾ ਨਾਮ ਚੇਂਜ ਹੋਇਆ ਕਿ ਬਾਕੀ ਇਹ ਬਹੁਤ ਉਸ ਤਰੀਕੇ ਨਾਲ ਦੇਖਿਆ ਜਾਵੇ ਬੇਸ਼ੱਕ ਜਿਹੜੇ ਆਪਾਂ ਦੇਸ਼ ਵਾਸੀ ਹਾਂ ਬਹੁਤ ਇਮੋਸ਼ਨਲੀ ਵੀ ਦੇਸ਼ ਭਗਤੀ ਦਾ ਮੁੱਦਾ ਹੋ ਜਾਂਦਾ ਉਸ ਦੇ ਨਾਲ ਅਟੈਚਡ ਹੁੰਦੇ ਆ ਤੁਹਾਨੂੰ ਲੱਗਦਾ ਕਿ ਵਾਕਈ ਉਸ ਤਰੀਕੇ ਨਾਲ ਸੋਚਿਆ ਜਾਣਾ ਚਾਹੀਦਾ ਨਹੀਂ ਇਹ ਸਿਰਫ ਕਿਸੇ ਸ਼ਹਿਰ ਦਾ ਨਾਮ ਬਦਲਣ ਵਾਲੀ ਗੱਲ ਨਹੀਂ ਗੀ ਉਹ ਤੇ ਭਾਜਪਾ ਨੇ ਆਲਰੇਡੀ ਬਹੁਤ ਸਾਰੇ ਨਾਮ ਬਦਲੇ ਆ ਇਹ ਤੇ ਸੰਵਿਧਾਨ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ ਹੈ ਉਹਦਾ ਆਰਟੀਕਲ 1 ਉਹਦੇ ਚ ਇੰਡੀਆ ਅਵਲੀਕ ਭਾਰਤ ਦੋਨੋਂ ਸ਼ਬਦ ਆਏ ਆ ਜਿਹੜੀ ਸਾਡੀ ਸ਼ੁਰੂਆਤ ਸ਼ਬਦ ਹੈ ਉਹ ਇੰਡੀਆ ਹੈ ਜਿਹੜਾ ਸਾਡਾ ਪ੍ਰੀਐਮਬਲ ਹੈ ਵੀ ਦਾ ਪੀਪਲ ਆਫ ਇੰਡੀਆ ਇਹ ਤੇ ਸਾਰਾ ਮਤਲਬ ਇਹ ਕਨਸਟੀਟਿਊਸ਼ਨ ਨੂੰ ਬਦਲਣਾ ਚਾਹੁੰਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਮੋਹਨ ਭਾਗਵਤ ਜੀ ਨੇ ਸਟੇਟਮੈਂਟ ਦਿੱਤੀਆਂ ਹੈ ਕਿ ਇੰਡੀਆ ਬਦਲ ਦੇਣਾ ਚਾਹੀਦਾ ਤੇ ਉਹ ਔਨ ਰਿਕਾਰਡ ਹੈ ਨਾ ਲੁਕੀ ਛੁਪੀ ਗੱਲ ਨਹੀਂ ਇਮੀਡੀਏਟਲੀ ਕਾਰਨ ਇਹ ਬਣਿਆ ਇਹਨਾਂ ਨੂੰ ਨਫ਼ਰਤ ਹੋ ਜਿਸ ਦਿਨ ਤੋਂ ਇੰਡੀਆ ਅਲਾਈਅੰਸ ਬਣਿਆ ਹਾਲਾਂਕਿ ਇੰਡੀਆ ਅਲਾਈਅੰਸ ਦੇ ਥੱਲੇ ਇੱਕ ਸਲੋਗਨ ਹੈ ਜੋੜੇਗਾ ਇੰਡੀਆ ਜੀਤੇਗਾ ਭਾਰਤ ਮੈਨੂੰ ਲੱਗਦਾ ਉਹ ਬੀਜੇਪੀ ਵਾਲੇ ਪੜ੍ਹ ਨਹੀਂ ਪਾਏ
ਇਹ ਬੁਖਲਾਹਟ ਵੀ ਆ, ਘਬਰਾਹਟ ਵੀ ਆ, ਔਰ ਇਹਨਾਂ ਦੀ ਜਿਹੜੀ ਭਾਰਤ ਦਲਿਤ ਭਾਈਚਾਰੇ ਦੀ ਔਰ ਖਾਸ ਕਰ ਅੰਬੇਡਕਰ ਸਾਹਿਬ ਦੇ ਪ੍ਰਤੀ ਜਿਹੜੀ ਨਫ਼ਰਤ ਹੈ, ਤੁਸੀਂ ਇਤਰਾਜ਼ ਦੇ ਉੱਤੇ ਨਾ ਮੈਂ ਸਾਹਮਣੇ ਆਈ ਔਰ ਅਨਫੋਰਚੂਨੇਟਲੀ ਗੌਰਵ ਜੀ ਤੁਸੀਂ ਇਤਰਾਜ਼ ਦੇ ਉੱਤੇ ਕੰਗ ਜੀ ਬਹੁਤ ਛੋਟਾ ਜਿਹਾ ਸਟੇਟਮੈਂਟ ਦੇ ਦਿਓ। ਅਨਫੋਰਚੂਨੇਟਲੀ ਜੇ ਮੈਂ ਇਤਰਾਜ਼ ਦੇ ਉੱਪਰ ਕਹਿ ਰਿਹਾ ਕਿ ਸਿਰਫ ਉਸ ਇਨਵੀਟੇਸ਼ਨ ਲੈਟਰ ਦੇ ਉੱਤੇ ਦਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ, ਤੁਹਾਨੂੰ ਲੱਗਦਾ ਹੈ ਕਿ ਇਹ ਬਿਲਕੁਲ ਉਸੇ ਰਾਹ ਦੇ ਉੱਤੇ ਤੁਰ ਪਏ ਨੇ, सेंटर की सरकार की बदल के रख देंगे, इंडिया शब्द हटा दिता जाएगा? क्योंकि बीजेपी ये भी कह रही है कि इंडिया भारत दोवें शब्दों का इस्तेमाल होया, तुसी उसका जिक्र कर रहे हो, तो फुल स्टॉप होती ठीक है, ਆਪਾਂ ਦਾ प्रेसिडेंट ऑफ भारत या प्रेसिडेंट ऑफ इंडिया दोवें लिख सकते सी? नहीं नहीं नहीं, ਜਦੋਂ ਅਸੀਂ ਇੰਗਲਿਸ਼ ਚ ਲਿਖਦੇ ਆ ਉਦੋਂ ਪ੍ਰੈਜ਼ੀਡੈਂਟ ਆਫ ਇੰਡੀਆ, ਜਦੋਂ ਹਿੰਦੀ ਚ ਲਿਖਦੇ ਆ ਭਾਰਤ ਦੇ ਰਾਸ਼ਟਰਪਤੀ, ਇਹ ਫਰਕ ਹੈ। ਔਰ ਇਹ ਚੂੰਡੀਆਂ ਵੜਦੇ ਹੁੰਦੇ ਆ, ਇਹ ਦੇਖਦੇ ਆ ਲੋਕ, ਤੁਸੀਂ ਆਬਜੈਕਸ਼ਨ ਤੋਂ ਲੱਗਦਾ ਕਿ ਇਹ ਗਲਤ ਵੀ ਹੈ, ਤੋਂ ਲੱਗਦਾ ਕਿ ਇਹ ਗਲਤ ਵੀ ਹੈ। ਕਿਸਾਨੀ ਇਹ ਬਹੁਤ ਖਤਰਨਾਕ ਹੈ, ਗਲਤ ਨਹੀਂ ਕਹਿ ਰਿਹਾ ਮੈਂ ਖਤਰਨਾਕ ਸ਼ਬਦ ਵਰਤ ਰਿਹਾ ਹਾਂ। ਔਰ ਅਨਫੋਰਚੂਨੇਟਲੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਵਾਲੀ ਅਕਾਲੀ ਦਲ, ਜਿਹੜੀ ਕਿ ਅਕਾਲੀ ਦਲ ਬਾਦਲ ਹੋ ਗਈ ਆ, ਉਹ ਇਹਦਾ ਵਿਰੋਧ ਨਹੀਂ ਕਰ ਰਹੇ। ਔਰ ਸਭ ਤੋਂ ਅਫਸੋਸ ਵਾਲੀ ਗੱਲ ਹੈ ਕਿ ਆਪਣੇ ਰਾਜਨੀਤਿਕ ਹਿੱਤ ਵਾਸਤੇ ਬੀਜੇਪੀ ਨਾਰਾਜ਼ ਨਾ ਹੋ ਜੇ। ਅੱਜ ਵੀ ਅਕਾਲੀ ਦਲ ਬਾਦਲ ਐਡੀ ਵੱਡੀ ਜਿਹੜੀ ਸਾਜ਼ਿਸ਼ ਭਾਜਪਾ ਕਰ ਰਹੀ ਹੈ ਭਾਰਤ ਦੇ ਸੰਵਿਧਾਨ ਨਾਲ, ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਸੰਵਿਧਾਨ ਨਾਲ, ਜਿਸ ਚ ਜਿਹੜੇ ਕਿ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਅਕਾਲੀ ਦਲ ਉਹਦਾ ਸਪੋਰਟ ਕਰ ਰਿਹਾ। ਇਹ ਬਹੁਤ ਖਤਰਨਾਕ ਗੱਲ ਹੈ। ਦੀਪਾ ਜੀ। ਗੌਰਵ ਜੀ, ਮੈਨੂੰ ਲੱਗਦਾ ਦੋਵਾਂ ਭਰਾਵਾਂ ਨੇ ਜਿਹੜੇ ਚਲੋ ਇਕੱਠੇ ਇਹਨਾਂ ਦਾ ਗਠਬੰਧਨ ਹੋ ਗਿਆ ਹੈ, ਇਹਨਾਂ ਨੇ ਹੁਣ ਵਿਜੀਲੈਂਸ ਦੇ ਕੇਸ ਵੀ ਪਿੱਛੇ ਪਾ ਦੇਣੇ ਆ, ਸਟੇਜਾਂ ਵੀ ਸਾਂਝੀਆਂ ਕਰਨੀਆਂ, ਉਹ ਸਾਰਾ ਕੁਝ ਠੀਕ ਹੈ, ਸਮਝ ਆ ਰਹੀ ਹੈ। ਪਰ ਮੇਰੀ ਗੱਲ ਤੇ ਇਹਨਾਂ ਨੂੰ ਸਮਝ ਨਹੀਂ ਆ ਰਹੀ। ਮੈਂ ਬਿਲਕੁਲ ਕਿਹਾ ਕਿ ਬੀਜੇਪੀ 'ਚ ਐਂ ਲੱਗ ਰਿਹਾ, ਆਮ ਲੋਕਾਂ ਨੂੰ ਇਹ ਲੱਗੇਗਾ ਕਿ ਇਹਨਾਂ 'ਚ ਘਬਰਾਹਟ ਹੈ। ਜਿਹੜੀਆਂ 26, 27, 28 ਪਾਰਟੀਆਂ ਨੇ ਇੱਕ ਗਠਬੰਧਨ ਬਣਾਇਆ ਇੰਡੀਅਨ ਨਾਂ ਦਾ, ਉਸ ਕਰਕੇ ਇਹਨਾਂ 'ਚ ਘਬਰਾਹਟ ਹੈ। ਸ਼ਾਇਦ ਇਹ ਇੰਡੀਆ ਦਾ ਨਾਂ ਤਾਂ ਭਾਰਤ ਕਰ ਰਿਹਾ। ਮੈਂ ਕਿਹਾ ਮਿਸਟਰ ਖੜਿਆਲ, ਸਮਝ ਆ ਗਈ ਮੇਰੀ ਗੱਲ? ਉਹ ਕੰਗ ਜੀ ਬੋਲ ਰਹੇ ਸੀ ਤੁਹਾਨੂੰ, ਕੰਗ ਜੀ ਜ਼ਿਕਰ ਕਰ ਰਹੇ ਸੀ ਉਸ ਚੀਜ਼ ਦਾ। ਨਹੀਂ, ਪਰ ਉਹ ਕਹਿ ਰਹੇ ਕਿ ਤੁਸੀਂ ਕਲੀਅਰ ਨਹੀਂ ਦੱਸ ਰਹੇ, ਉਹ ਤੁਹਾਡੇ ਉੱਤੇ ਇਹੀ ਕਹਿ ਰਹੇ ਨੇ, ਕਹਿੰਦੇ ਤੁਸੀਂ ਕਲੀਅਰ ਨਹੀਂ ਦੱਸ ਰਹੇ ਕਿ ਤੁਸੀਂ ਇਸ ਦੇ ਅਗੇਂਸਟ ਹੋ ਜਾਂ ਨਹੀਂ ਹੋ। ਦੇਖੋ, ਅਗੇਂਸਟ ਅਜੇ ਕੋਈ ਆਵੇ ਤਾਂ ਅਸੀਂ ਚੀਜ਼ ਸਾਹਮਣੇ, ਮੈਂ ਤਾਂ ਪਹਿਲੇ ਕਹਿ ਰਿਹਾ, ਅਸੀਂ ਤਾਂ ਇਹ ਕਹਿ ਰਹੇ ਹਾਂ ਇਸ ਚੀਜ਼ ਦੀ ਜ਼ਰੂਰਤ ਕੀ ਸੀਗੀ, ਸਾਨੂੰ ਵਜ੍ਹਾ ਤਾਂ ਸਮਝ ਆਵੇ, ਸਾਨੂੰ ਸ਼ਾਇਦ ਸਾਨੂੰ ਕੋਈ ਸਮਝ ਆ ਜੇ। ਅਸੀਂ ਮੈਂ ਅੱਜ ਹੀ ਕਹਾਂ ਮੈਂ ਜੀ ਅਸੀਂ ਉਹ ਅਗੇਂਸਟ ਹਾਂ, ਪਰ ਅਸੀਂ ਜੇ ਵਜ੍ਹਾ ਮੋਹਨ ਭਾਗਵਤ ਜੀ ਦੀ ਸਟੇਟਮੈਂਟ ਹੈ, ਜਾਂ ਉਹਨਾਂ ਦਾ ਉਸ ਤਰ੍ਹਾਂ ਦੀ ਪੋਲਰਾਈਜੇਸ਼ਨ ਹੈ, ਜਾਂ ਮਾਈਨੋਰਟੀਜ਼ ਦੇ ਖਿਲਾਫ ਜਿਹੜਾ ਇੱਕ ਬਣੀ ਹੋਈ ਹੈ ਪਰਸੈਪਸ਼ਨ, ਇੱਕ ਬਣਿਆ ਹੋਇਆ ਕਿ ਇਹ ਹਿੰਦੂਤਵ ਦੀ ਗੱਲ ਕਰਦੀ ਹੈ ਬੀਜੇਪੀ, ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ, ਅਸੀਂ ਉਸ ਚੀਜ਼ ਦੇ ਖਿਲਾਫ ਹਾਂ, ਖਿਲਾਫ ਰਵਾਂਗੇ। ਪਰ ਗੱਲ ਇਹ ਹੈ ਕਿ ਜਿੰਨੀ ਚੀਜ਼ ਉਹ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ, ਹੁਣ ਉਨੀ ਇਹ ਤਾਂ ਠੀਕ ਹੈ ਇਕੱਠੇ ਹੈ, ਸਾਡੀ ਗੱਲ ਕਰਦੇ ਅਸੀਂ ਬੀਜੇਪੀ ਦੇ ਨਾਲ ਅੰਦਰੋਂ ਇਕੱਠੇ ਆ, ਬਾਹਰੋਂ ਇਕੱਠੇ, ਜੋ ਅਸੀਂ ਆ ਅੰਦਰੋਂ ਬਾਹਰੋਂ ਉਹ ਸਾਹਮਣੇ ਹੈ, ਸਾਡਾ ਕੋਈ ਗੱਠਜੋੜ ਨਹੀਂ ਹੈ। ਤੁਹਾਡਾ ਗੱਠਜੋੜ ਹੋ ਚੁੱਕਿਆ। ਅੱਜ ਵੀ ਤੁਹਾਡੇ ਦੋਵੇਂ ਲੀਡਰ ਪੰਜਾਬ ਦੇ ਅਲੱਗ-ਅਲੱਗ ਸਟੇਟਮੈਂਟਾਂ ਦੇ ਰਹੇ, ਅੰਦਰੋਂ ਤੁਸੀਂ ਠੀਕ ਹੈ। ਚਲੋ ਛੋਟਾ ਜਿਹਾ ਸਟੇਟਮੈਂਟ ਨੂੰ ਮੈਂ ਜੈਬਾਂਸ਼ ਜੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ, मैं उन्होंने रुख करूंगा, पर पहले कंग जी कुछ कहना चाह रहे हैं। कंग जी। नहीं, मैं तो कह रहा कि असी ते संविधान बचाने लिए इकट्ठे होए हैं, असी केड़ा क्या नहीं, क्योंकि आही ते मैं अपनी टीम को कहूंगा जयबंश जी जी फोन लाइन पे जोड़ रही है, जिन्होंने तक आवाज नहीं साडी पहुंच रही, कुछ नेटवर्क का इशू नजर आ रहा है, ਅਸੀਂ फोन लाइन ਤੇ जोड़ ਲਈ ਉਹਨਾਂ ਨੂੰ। गौरव जी, ਕੰਗ ਜੀ ਆਪਣੀ ਗੱਲ ਕੰਪਲੀਟ ਕਰ ਲਓ। ਗੌਰਵ ਜੀ, ਮੇਰੀ ਆਵਾਜ਼ ਤੇ ਆ ਰਹੀ ਹੈ ਨਾ, ਤੁਸੀਂ ਮੇਰੀ ਸਟੇਟਮੈਂਟ ਤੇ ਲੈ ਲਓ। ਜਦੋਂ ਮੋਹਨ ਭਾਗਵਤ ਜੀ ਇਹ ਕਹਿੰਦੇ ਆ ਕਿ ਦਲਿਤ ਭਾਈਚਾਰੇ ਦੇ ਰਿਜ਼ਰਵੇਸ਼ਨ ਤੇ ਰੀਥਿੰਕ ਹੋਣਾ ਚਾਹੀਦਾ, ਜਦੋਂ ਮੋਹਨ ਭਾਗਵਤ ਜੀ ਕਹਿੰਦੇ ਇੰਡੀਆ ਸ਼ਬਦ ਨੂੰ ਖਤਮ ਕਰ ਦੇਣਾ ਚਾਹੀਦਾ, ਭਾਰਤ ਲਿਖਣਾ ਚਾਹੀਦਾ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਹੈ ਕਿ ਜਿਹੜਾ ਬੁਨਿਆਦੀ ਸਟਰਕਚਰ ਹੈ ਸੰਵਿਧਾਨ ਦਾ, ਉਹਨੂੰ ਖਤਮ ਕਰੋ। ਔਰ ਇਹਦੀ ਸ਼ੁਰੂਆਤ ਕੀਤੀ ਹੈ ਇਹਨਾਂ ਨੇ ਇਨਵੀਟੇਸ਼ਨ ਲੈਟਰ, ਜਿੱਥੇ G20 ਦੁਨੀਆ ਭਰ ਦੇ ਮੁਲਕਾਂ ਦੇ ਜਿਹੜੇ ਲੀਡਰ ਸਾਹਿਬਾਨ ਆ ਰਹੇ ਆ, ਇਹ ਚੁੰਡੀਆਂ ਵੱਢਦੇ ਆ। ਤੇ ਲੇਕਿਨ ਦੀਪਾ ਜੀ, ਮੈਂ ਤੇ ਕਹਿ ਰਿਹਾ, ਤੁਸੀਂ ਠੋਕ ਕੇ ਵਿਰੋਧ ਕਰੋ ਵੀ ਇਹ ਗਲਤ ਹੈ, ਇਹ ਛੇੜਛਾੜ ਹੈ, ਇਹ ਪ੍ਰੀਐਮਬਲ ਨਾਲ ਛੇੜਛਾੜ ਹੈ, ਇਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨਾਲ ਛੇੜਛਾੜ ਹੈ। ਦੋਨੋਂ ਸ਼ਬਦ ਹੈ, ਇੰਡੀਆ ਵੀ ਹੈ, ਭਾਰਤ ਹੈ। ਜੁੜੇਗਾ ਇੰਡੀਆ, ਜੀਤੇਗਾ ਭਾਰਤ, ਅਸੀਂ ਤਾਂ ਪਹਿਲਾਂ ਹੀ ਸਲੋਗਨ ਦਿੱਤਾ। ਔਰ ਅਸੀਂ ਤੇ ਇਸੇ ਕਰਕੇ ਸ਼ੰਕਾ ਜਤਾਈ ਸੀ ਕਿ ਭਾਜਪਾ ਅਗਰ 24 ਚ ਰਿਪੀਟ ਹੁੰਦੀ ਆ ਤੇ ਇਹਨਾਂ ਨੇ ਨਾ ਚੋਣਾਂ ਹੋਣ ਦੇਣੀਆਂ, ਨਾ ਸੰਵਿਧਾਨ ਨੂੰ ਮੰਨਣਾ ਹੈ, ਔਰ ਸੰਵਿਧਾਨ ਨੂੰ ਪੂਰੀ ਤਰ੍ਹਾਂ ਬਦਲ ਦੇਣਾ, ਜਿਸ ਚ ਦਲਿਤ ਭਾਈਚਾਰੇ ਦੇ ਅਧਿਕਾਰ ਵੀ ਖਤਮ ਹੋ ਜਾਣੇ ਆ, ਡੈਮੋਕ੍ਰੈਟਿਕ ਸੈਟਅਪ ਵੀ ਖਤਮ ਹੋ ਜਾਣਾ। ਜੈਬੰਸ਼ ਜੀ, ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਜੈਬੰਸ਼ ਜੀ।
हाँ जी, देखो गौरव जी, मैनू वैसे सुनाई तो नहीं दिता, पर थोड़ा थोड़ा मैनू जो कंग जी ने कहा ते सारे बुलारिया ने कहा वो सुनाई दे रहा सी, तुहाडा बिल्कुल नहीं सी सुनाई दे रहा। सो जो मैनू समझ आई है ਉਹਦੇ बारे मैं थोड़ी जी गल कर देना। सब तो पहले जो कंग जी कह रहे ने ਉਹ ਇਹਨਾਂ ਦਾ ਜਿਹੜਾ ਪ੍ਰੀਪੇਅਰਡ ਸਕ੍ਰਿਪਟ ਹੈਗਾ ਆਮ ਆਦਮੀ ਪਾਰਟੀ ਦਾ, ਉਹੀ ਬੋਲ ਰਹੇ ਨੇ। ਉਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਰਿਜ਼ਰਵੇਸ਼ਨ ਲੈ ਜਾਣਗੇ, ਕਨਸਪਾਇਰੇਸੀ ਥਿਉਰੀਜ਼ ਹੋ ਜਾਣਗੀਆਂ, ਸੰਵਿਧਾਨ ਨੂੰ ਇਹ ਮੰਨਦੇ ਨਹੀਂ ਨੇ। ਮੈਂ ਇਹ ਕਹਿਣਾ ਚਾਹਨਾ ਕਿ ਜਿੰਨੀਆਂ ਧੱਜੀਆਂ ਆਮ ਆਦਮੀ ਪਾਰਟੀ ਕੱਢਦੀ ਹੈ ਨਾ ਸੰਵਿਧਾਨ ਦੀ, ਕਨਸਟੀਟਿਊਸ਼ਨ ਦੀ, ਉਹ ਹੋਰ ਕੋਈ ਕਰ ਹੀ ਨਹੀਂ ਸਕਦਾ। ਇਹਨਾਂ ਨੂੰ ਕੋਈ ਪਰਵਾਹ ਹੈ ਕਿ ਸੁਪਰੀਮ ਕੋਰਟ ਕੀ ਕਹਿੰਦਾ ਹੈ, ਨਾ ਇਹਨਾਂ ਨੂੰ ਪਰਵਾਹ ਹੈ ਕਿ ਕੋਈ ਗਵਰਨਰ ਕੀ ਕਹਿੰਦਾ ਹੈ, ਨਾ ਇਹਨਾਂ ਨੂੰ ਪਰਵਾਹ ਹੈ ਕਿ ਕੋਈ ਸੈਂਟਰ ਦੀ ਗਵਰਨਮੈਂਟ ਕੀ ਕਹਿੰਦੀ ਹੈ। ਇਹ ਕੋਈ ਆਪਣੀ ਹੀ ਦੁਨੀਆ ਦੇ ਵਿੱਚ ਰਹਿੰਦੇ ਨੇ, ਐਨਾਰਕੀ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਫੇਸਿਸਟ ਇਹਨਾਂ ਦੀਆਂ ਆਈਡੀਓਲੋਜੀਜ਼ ਨੇ, ਜਿਹੜੇ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ, ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਤੇ ਪੂਰੀ ਇੱਕ ਹਿਟਲੇਰੀਅਨ ਥਾਟ ਪ੍ਰੋਸੈਸ ਲੈ ਕੇ ਚੱਲ ਰਹੇ ਨੇ। ਦੂਜੀ ਗੱਲ ਮੈਂ ਆ ਜਾਣਾ ਖਡਿਆਲ ਸਾਹਿਬ ਦੇ ਉੱਤੇ। ਖਡਿਆਲ ਸਾਹਿਬ ਦਾ ਵੀ ਮੈਨੂੰ ਪਤਾ ਸੀਗਾ ਕਿ ਉਹ ਇਹੋ ਹੀ ਕਹਿਣਗੇ ਕਿ ਇੰਡੀਆ INDIA ਕੋਲੋਂ ਬਹੁਤ ਡਰ ਗਈ ਹੈ ਬੀਜੇਪੀ। ਖਡਿਆਲ ਸਾਹਿਬ, INDI ਕੋਲੋਂ ਬੀਜੇਪੀ ਬਿਲਕੁਲ ਨਹੀਂ ਡਰਦੀ। ਸਾਨੂੰ ਪਹਿਲਾਂ ਹੀ ਪਤਾ ਹੈ ਕਿ INDI ਦੇ ਵਿੱਚ ਕੋਈ ਦਮ ਨਹੀਂ ਹੈ। ਏਦਾਂ ਵੀ ਉਹ ਕੋਲੀਸ਼ਨ ਜਿਹੜੀ ਆ ਉਹ ਕਿਤੇ ਚੱਲ ਨਹੀਂ ਰਹੀ। ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਜਿਹੜੇ ਤਰੀਕੇ ਦੇ ਨਾਲ INDI ਨੇ ਰੀਸੈਂਟਲੀ ਇੱਕ ਪਾਰਟਿਕੂਲਰ ਰਿਲੀਜਨ ਨੂੰ ਅਟੈਕ ਕੀਤਾ ਹੈ, ਸਨਾਤਨ ਧਰਮ ਨੂੰ ਅਟੈਕ ਕੀਤਾ ਹੈ, ਉਹ ਬਿਲਕੁਲ ਠੀਕ ਨਹੀਂ ਹੈ। ਤੁਹਾਨੂੰ ਉਸ ਚੀਜ਼ ਨੂੰ ਬਹੁਤ ਜ਼ੋਰ ਦੇ ਨਾਲ ਕੰਡੈਮ ਕਰਨਾ ਚਾਹੀਦਾ ਹੈ। ਜੋ ਉਹਦੇ ਸਟੈਲਿਨ ਨੇ ਕਿਹਾ ਵੈ, ਉਹਨੂੰ ਤੁਹਾਨੂੰ ਕੰਡੈਮ ਕਰਨਾ ਚਾਹੀਦਾ। ਪਰ ਕੰਡੈਮ ਕਰਨ ਦੀ ਜਗ੍ਹਾ ਤੁਹਾਡੇ ਖੜਗੇ ਸਾਹਿਬ ਉਹਦੀ ਕਰੀ ਜਾ ਰਹੇ ਨੇ, ਸਰਾਹਨਾ ਕਰੀ ਜਾ ਰਹੇ ਨੇ ਜੀ। ਉੱਤੋਂ ਦੀ ਮਮਤਾ ਬੈਨਰਜੀ ਜਿਹੜੇ ਤਰੀਕੇ ਨਾਲ ਚੱਲ ਰਹੀ ਹੈ। ਸੋ ਦੇਅਰਫੋਰ ਅਗਰ ਕੋਈ ਇੱਕ ਇੱਥੇ ਜਾਤੀ ਤੇ ਜਾਤ ਪਾਤ ਦੇ ਉੱਤੇ ਕੋਈ ਡਿਵੀਜ਼ਨਸ ਲਿਆਣੀਆਂ ਚਾਹੁੰਦਾ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਉਹ ਜਿਹੜੀ ਆਪੋਜੀਸ਼ਨ ਹੈ ਨਾ INDIA, ਇਹ ਲੈ ਕੇ ਆਉਣਾ ਚਾਹੁੰਦੀ ਹੈ। ਬੀਜੇਪੀ ਦੀ ਕੋਈ ਐਸੀ ਮਨਸ਼ਾ ਨਹੀਂ ਹੈ। ਮੈਂ ਤਾਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਹੈ ਕਿ ਇੰਡੀਆ ਤੇ ਭਾਰਤ ਕੋਈ ਐਸੀ ਗੱਲ ਨਹੀਂ ਹੋਈ ਹੈ ਕਿ ਅਸੀਂ ਕੋਈ ਕਨਸਟੀਟਿਊਸ਼ਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਰਿਊਮਰ ਜੀ ਚੱਲ ਰਹੇ ਨੇ। ਸੁਪਰੀਮ ਕੋਰਟ ਨੇ, ਮੈਂ ਤੁਹਾਨੂੰ ਦੱਸ ਦਵਾਂ ਗੌਰਵ ਜੀ, ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਭਾਰਤ ਦੀ PIL ਉਹਨੇ ਨਹੀਂ ਸੀ ਮੰਨੀ। ਉਹਨੇ ਕਿਹਾ ਕਿ ਭਾਰਤ ਜਿਹੜਾ ਹੈ ਉਹ ਤੇ ਵਰਡ ਪਹਿਲੇ ਹੀ ਹੈਗਾ ਕਨਸਟੀਟਿਊਸ਼ਨ ਦੇ ਵਿੱਚ, ਤੇ PIL ਕਿਉਂ ਮੰਨਣੀ ਹੈ। ਸੋ ਜਿਹੜੇ ਤਰੀਕੇ ਦੇ ਨਾਲ ਇਸ ਵੇਲੇ ਕੰਗ੍ਰੈਚੁਲੇਸ਼ਨ ਚੱਲ ਰਹੀਆਂ ਨੇ ਜਗ੍ਹਾ ਜਗ੍ਹਾ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਉਹਦੇ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਥਾਟ ਪ੍ਰੋਸੈਸ ਹੈ, ਇਹ ਕੋਈ ਖਾਸ ਬੀਜੇਪੀ ਦੇ ਵੱਲੋਂ ਥਾਟ ਪ੍ਰੋਸੈਸ ਨਹੀਂ ਨਿਕਲੀ ਹੈ ਤੇ ਰਿਊਮਰ ਮੌਂਗਰਿੰਗ ਤੋਂ ਆਈ ਹੈ। ਇਹਦੇ ਨਾਲ ਹਿੰਦੁਸਤਾਨ ਦੀ ਜਨਤਾ ਬਹੁਤ ਖੁਸ਼ ਹੈ। ਤੇ ਲਾਸਟਲੀ ਮੈਂ ਇਹ ਕਹਿਣਾ ਚਾਹਨਾ ਕਿ ਇੰਡੀਆ ਜਿਹੜਾ ਹੈ ਉਹ ਆਪਣੀ ਆਈਡੈਂਟੀਟੀ ਭਾਰਤ ਤੋਂ ਹੀ ਲੈਂਦਾ ਹੈ। ਸੋ ਦੇਅਰਫੋਰ ਇਹਨਾਂ ਦੋਵਾਂ ਚੀਜ਼ਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਵਿਵਾਦ ਕਰਨਾ ਠੀਕ ਨਹੀਂ ਹੈ। ਠੀਕ ਹੈ ਖਡਿਆਲ ਸਾਹਿਬ जी, बड़े जरूरी पॉइंट्स है, मेनू 2 मिनट दो। हाँ जी, प्लीज अपने को मैं एक कमेंट ही ले पाऊंगा, थोड़े टाइम बहुत सीमित होएगा अपने को जी। प्लीज भारतीय जनता पार्टी दी सरकार दी आदत हो चुकी है साडे संविधान नू अंडरमाइन करन दी ते सुप्रीम कोर्ट नू अंडरमाइन करन दी। गौरव जी, जो गार्डियन ऑफ कॉन्स्टिट्यूशन है, रखवाला संविधान दा, इन्हां ने की 2020 दे विच पिटीशन डिसमिस कीती सी। चीफ जस्टिस ऑफ इंडिया CJ बोबड़े साहब ने की भारतीय जनता पार्टी नू नहीं पता। ਉਹ ਪਿਟੀਸ਼ਨ ਦੇ ਵਿੱਚ ਡਿਮਾਂਡ ਉੱਠੀ ਸੀਗੀ ਵੀ ਭਾਰਤ ਕਰ ਦਿੱਤਾ ਜਾਵੇ, ਦੇਸ਼ ਦਾ ਨਾਮ ਇੰਡੀਆ ਤੋਂ ਭਾਰਤ। ਦੂਜਾ, ਉਹ ਤੋਂ ਪਹਿਲਾਂ ਇੱਕ ਹੋਰ ਪਿਟੀਸ਼ਨ ਡਿਸਮਿਸ ਹੋਈ ਸੀ 2016 ਦੇ ਵਿੱਚ, ਜਿਹੜੀ CJ TS ਠਾਕੁਰ ਸਾਹਿਬ ਨੇ ਡਿਸਮਿਸ ਕੀਤੀ ਸੀਗੀ। ਸੋ 2 ਦਫਾ 2 ਵੱਖਰੇ ਚੀਫ ਜਸਟਿਸ ਆਫ ਇੰਡੀਆਜ਼ ਨੇ ਡਿਸਮਿਸ ਕੀਤਾ ਹੈ ਪਿਟੀਸ਼ਨ ਨੂੰ, ਜਿਹਨੇ ਡਿਮਾਂਡ ਕੀਤੀ ਵੀ ਨਾਮ ਬਦਲਿਆ ਜਾਵੇ, ਇੰਡੀਆ ਤੋਂ ਭਾਰਤ ਕਰ ਦਿੱਤਾ ਜਾਵੇ। ਉਹਦੇ ਬਾਵਜੂਦ ਬੀਜੇਪੀ ਇਹ ਜਾਣਨ ਦੇ ਬਾਵਜੂਦ, ਕਿਉਂਕਿ ਇਹਨਾਂ ਦੇ ਰਜੀਮ ਦੇ ਵਿੱਚ ਹੋਇਆ ਹੈ, ਇਹਨਾਂ ਦੇ ਰਾਜ ਦੇ ਵਿੱਚ ਹੋਈਆਂ ਇਹ ਚੀਜ਼ਾਂ, ਉਹਦੇ ਬਾਵਜੂਦ ਬੀਜੇਪੀ ਇਹ ਕਰ ਰਹੀ ਹੈ। ਇਹਦਾ ਮਤਲਬ ਹੈ ਕਿ ਸਾਡੇ ਸੁਪਰੀਮ ਕੋਰਟ ਨੂੰ, ਸਾਡੀ ਜੁਡੀਸ਼ਰੀ ਨੂੰ, ਸਾਡੇ ਸੰਵਿਧਾਨ ਨੂੰ, ਆਰਟੀਕਲ 1 ਨੂੰ ਅੰਡਰਮਾਈਨ ਕਰਨ ਦਾ ਇਹ ਅਟੈਕ ਹੈ ਯੂਨੀਅਨ ਆਫ ਸਟੇਟਸ ਦੇ ਉੱਤੇ, ਸਾਡੇ ਦੇਸ਼ ਦੇ ਉੱਤੇ। ਗੌਰਵ ਜੀ, ਬਹੁਤ ਸੰਜੀਦਾ ਇਸ਼ੂ ਹੈ ਤੇ ਬੀਜੇਪੀ ਨੂੰ ਪੁੱਛੂਗਾ ਵੀ ਇਹ ਹਿਸਟਰੀ ਨੂੰ ਕਿਉਂ ਡਿਸਟੋਰਟ ਕਰ ਰਹੇ ਹੈ, ਸਾਡੇ ਦੇਸ਼ ਨੂੰ ਕਿਉਂ ਡਿਸਟੋਰਟ ਕਰ ਰਹੇ ਹੈ। ਤੇ ਡਰਾਫਟ ਆਰਟੀਕਲ, ਮੈਂ ਇੱਕ ਉਹਨਾਂ ਨੂੰ ਹੋਰ ਗੱਲ ਦੱਸਦਾ ਜੀ। ਕਨਸਟੀਟਿਊਐਂਟ ਅਸੈਂਬਲੀ ਸੀ ਨਾ ਜਦੋਂ, ਗੌਰਵ ਜੀ, ਸੈਪਟੈਂਬਰ 18 1949 ਦੇ ਵਿੱਚ ਡਰਾਫਟ ਆਰਟੀਕਲ 1 ਅਡਾਪਟ ਹੋਇਆ ਸੀਗਾ। ਡਰਾਫਟ ਆਰਟੀਕਲ 1 ਇਹ ਤਰੀਕ ਨੂੰ, ਤੇ ਜਦੋਂ ਡਿਸਕਸ਼ਨ ਹੋਈ ਉਦੋਂ ਅੱਗੇ ਨਾਮ ਆਏ ਭਾਰਤ, ਹਿੰਦੁਸਤਾਨ, ਹਿੰਦ, ਭਾਰਤ ਭੂਮੀ, ਭਾਰਤ ਵਰਸ਼। ਅਖੀਰ ਤੇ ਕਨਸਟੀਟਿਊਐਂਟ ਅਸੈਂਬਲੀ ਨੇ ਫੈਸਲਾ ਲਿਆ
ਕਿ ਇਹ ਆਰਟੀਕਲ ਇੱਕ ਕਿਆ ਇਹ ਚੀਜ਼ ਬੋਲੂਗਾ, ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਹੁਣ ਮੈਨੂੰ ਬੀਜੇਪੀ ਦੱਸੇ ਕਿ ਇਹਨਾਂ ਨੂੰ ਦਿੱਕਤ ਕੀ ਹੈ ਸਾਡਾ ਸੰਵਿਧਾਨ ਫੋਲੋ ਕਰਨ ਦੇ ਵਿੱਚ, ਕਿਉਂ ਇਹ ਸਾਡੇ ਸੰਵਿਧਾਨ ਨਾਲ ਛੇੜਛਾੜ ਕਰਦੇ ਹੈ, ਕਿਉਂ ਸਾਡੇ ਸੰਵਿਧਾਨ ਨੂੰ ਵਾਇਲੇਟ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ। ਦੂਜੀ ਗੱਲ, ਲਾਸਟ ਪੁਆਇੰਟ, ਇੱਥੇ ਜਦੋਂ ਜੈਬਨ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਸੀ ਨਾ ਗੌਰਵ ਜੀ, ਮੈਨੂੰ ਕੋਈ ਸ਼ੰਕਾ ਨਹੀਂ ਸੀ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀ, ਕਿ ਮੈਨੂੰ ਪਤਾ ਸੀਗਾ ਇੱਥੇ ਦੀਪਾ ਜੀ ਬੈਠੇ ਹੈ, ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਵਕਾਲਤ ਵਧੀਆ ਕਰਦੇ ਹੈ, ਠੀਕ ਹੈ, ਚਲੋ ਉਹਨਾਂ ਦੇ ਪੁੱਛੇ ਸਵਾਲ ਜਿਹੜੇ ਬੀਜੇਪੀ ਨੂੰ ਹੁੰਦੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਵਾਬ ਦਿੰਦਾ ਹੈ। ਸੋ ਦੀਪਾ ਜੀ ਤੁਸੀਂ ਵੀ ਸਮਝ ਗਏ ਹੋ ਨਾ ਕਿ ਜਦੋਂ ਤੁਸੀਂ ਉਹਨਾਂ ਦੀ ਵਕਾਲਤ ਕਰੋਗੇ ਤੇ ਨਾਮ ਤਾਂ ਜੁੜੂਗਾ। ਠੀਕ ਹੈ ਦੀਪਾ ਜੀ, ਚਲੋ ਮੇਰੇ ਕੋਲ ਸਮਾਂ ਬਹੁਤ ਪੂਰਾ ਮੈਂ ਸਭ ਦੀ ਇੱਕ ਸਟੇਟਮੈਂਟ ਜ਼ਰੂਰ ਲੈਣੀ ਹੈ। ਦੀਪਾ ਜੀ ਵਕਾਲਤ ਕਰ ਰਿਹਾ, ਉਹ ਵੀ ਸਾਨੂੰ ਪਤਾ ਹੈ। ਦੀਪਾ ਜੀ ਚਲੋ ਪੁਆਇੰਟ ਤੇ ਰਹੀਏ ਜੀ, ਗਠਜੋੜ ਵਾਲੀ ਗੱਲ ਤਾਂ ਹੋ ਰਹੀ ਹੈ, ਪਰ ਜੀ ਦੀਪਾ ਜੀ हाँ जी एक रिपीट करना ਦੀਪਾ ਜੀ। हाँ मैं क्या रिपीट करो, एक ही सवाल है मैनू। नहीं सवाल ਤਾਂ ਤੁਹਾਨੂੰ ਉਹ ਕਹਿ ਰਹੇ ਕਿ ਬੀਜੇਪੀ ਦੇ ਨਾਲ ਤੁਸੀਂ ਰਲੇ ਹੋਏ ਹੋ, ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਸਟੇਟਮੈਂਟ ਖੁੱਲ ਕੇ ਨਹੀਂ ਦੇ ਰਹੇ। ਦੂਜਾ ਪੁਆਇੰਟ ਇਹ ਵੀ ਹੈ ਕਿ ਉਹ ਵੀ ਕਹਿ ਰਹੇ ਨੇ, ਕਹਿੰਦੇ ਕਿ ਬੀਜੇਪੀ ਦੀ ਆਵਾਜ਼ ਨਹੀਂ ਆ ਰਹੀ ਪਰ ਅਕਾਲੀ ਦਲ ਦੀ ਆ ਰਹੀ ਹੈ, ਚੱਲ ਜਾਏਗਾ। ਇੱਕ ਤਰੀਕੇ ਨਾਲ ਤੰਜ ਕੱਸ ਰਹੇ ਨੇ। ਮੈਂ ਫਿਰ ਵੀ ਪੁਆਇੰਟ ਦੇ ਉੱਤੇ ਆਉਣਾ, ਕਿ ਵਾਕਈ ਹੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਕਿਸੇ ਪੁਆਇੰਟ ਦੇ ਉੱਤੇ ਜਾ ਕੇ ਜ਼ਰੂਰਤ ਹੈ ਕਿ ਇੰਡੀਆ ਸ਼ਬਦ ਨੂੰ ਹਟਾ ਦਿੱਤਾ ਜਾਵੇ। ਬੀਜੇਪੀ ਦੇ ਬੁਲਾਰੇ ਨੇ ਇੱਕ ਗੱਲ ਕਹੀ, ਮੈਂ ਕੰਗ ਜੀ ਤੋਂ ਵੀ ਉਹਦੇ ਉੱਪਰ ਰਿਐਕਸ਼ਨ ਲਵਾਂਗਾ। ਦੀਪਾ ਜੀ ਉਹ ਕਹਿ ਰਹੇ ਨੇ ਕਿ ਇਹ ਕੋਈ ਬੀਜੇਪੀ ਨੇ ਗੱਲ ਕਹੀ ਹੋਈ ਨਹੀਂ ਹੈ, ਬਲਕਿ ਲੋਕਾਂ ਦੇ ਵਿਚਾਲੇ ਜੋ ਗੱਲ ਚੱਲ ਰਹੀ ਸੀ ਉਹ ਨਿਕਲ ਕੇ ਆਈ ਹੈ ਤੇ ਦੇਸ਼ ਦੇ ਲੋਕ ਖੁਸ਼ ਨੇ ਕਿ ਇੰਡੀਆ ਸ਼ਬਦ ਨੂੰ ਹਟਾਇਆ ਜਾ ਰਿਹਾ ਹੈ ਜਾਂ ਹਟਾਉਣ ਦੀ ਗੱਲ ਹੋ ਰਹੀ ਹੈ। ਚਲੋ ਇਹ ਬੀਜੇਪੀ ਕਹਿ ਰਹੀ ਹੈ, ਮੈਂ ਇਸ ਗੱਲ ਨੂੰ ਅਸੀਂ ਨਹੀਂ ਬਾਏ ਕਰਦੇ ਕਿ ਦੇਸ਼ ਦੇ ਲੋਕ ਇਹ ਚਾਹੁੰਦੇ ਆ। ਦੇਸ਼ ਦੇ ਲੋਕਾਂ ਦੀ ਰਾਏ ਨਹੀਂ ਲਈ ਗਈ, ਕੋਈ ਕਮੇਟੀ ਨਹੀਂ ਬਣਾਈ ਗਈ, ਕੋਈ ਐਸੀ ਚਰਚਾ ਪਹਿਲਾਂ ਆਈ ਨਹੀਂ। ਇਹ ਠੀਕ ਹੈ ਬੀਜੇਪੀ ਵਾਲਿਆਂ ਨੇ ਕੀਤਾ, ਉਹ ਇਹਦੇ ਰੀਜ਼ਨ ਦੇ ਸਕਦੇ ਆ, ਪਰ ਅਸੀਂ ਇਹ ਗੱਲ ਬਾਏ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਇਹ ਗੱਲ ਬਾਏ ਨਹੀਂ ਕਰਦਾ। ਜਿਹੜੀ ਗੱਲ ਮਿਸਟਰ ਖੜਿਆਲ ਵਾਰੀ ਕਹਿ ਰਹੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੈ, ਮਿਸਟਰ ਖੜਿਆਲ ਮੈਂ ਕਹਿ ਰਿਹਾ, ਮੇਰੇ ਪ੍ਰਧਾਨ ਦੀ ਸਟੇਟਮੈਂਟ ਹੈ ਸੁਖਬੀਰ ਸਿੰਘ ਬਾਦਲ ਦੀ ਕਿ ਅਸੀਂ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਲੜੂਗਾ 2024 ਦੇ ਵਿੱਚ। ਇਹ ਗੱਲ ਤੁਹਾਨੂੰ ਇਹ ਦੁਬਾਰਾ ਸਮਝਾ ਦਈਏ, ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ 13 ਦੀਆਂ 13 ਸੀਟਾਂ ਲੜੋਗੇ। ਤੁਸੀਂ ਇਹ ਕਹਿ ਸਕਦੇ ਹੋ ਮਿਸਟਰ ਕੰਗ ਬੈਠੇ ਆਮ ਆਦਮੀ ਪਾਰਟੀ ਦੇ 13 ਦੀਆਂ 13 ਸੀਟਾਂ ਉਹ ਝਾੜੂ ਤੇ ਲੜਨਗੇ। ਮੈਂ ਕਹਿ ਰਿਹਾ ਅਸੀਂ 13 ਦੀਆਂ 13 ਸੀਟਾਂ ਪਾਰਲੀਮੈਂਟ ਦੀਆਂ 2024 ਦੇ ਵਿੱਚ ਜਦੋਂ ਵੀ ਇਲੈਕਸ਼ਨ ਆਉਂਦਾ ਹੈ ਅਸੀਂ ਆਪ ਸ਼੍ਰੋਮਣੀ ਅਕਾਲੀ ਦਲ ਤੱਕੜੀ ਤੇ ਲੜੇਗਾ। ਤੁਸੀਂ ਦੋਵੇਂ ਪਾਰਟੀਆਂ ਸਟੇਟਮੈਂਟ ਤੋਂ ਹੁਣੇ ਪਤਾ ਲੱਗ ਜੂ ਕਿ ਅਸੀਂ ਇਕੱਠੇ ਆ ਕਿ ਤੁਸੀਂ ਇਕੱਠੇ ਹੋ, ਅੰਦਰੋਂ ਕਿਹੜਾ ਇਕੱਠਾ ਹੈ। ਤੁਹਾਡਾ ਬੀਐਸਪੀ ਨਾਲ ਵੀ ਗਠਜੋੜਾਂ ਨੂੰ ਇੱਕ ਅੱਧੀ ਸੀਟ ਦੇਣੀ ਪੈਣੀ ਹੈ, ਨਹੀਂ ਦਵੋਗੇ? ਚਲੋ ਉਹ ਸਾਡਾ ਹੈਗਾ, ਉਹ ਅਸੀਂ ਇੱਕ ਦਈਏ ਦੋ ਦਈਏ, ਉਹ ਸਾਡੀ ਗੱਲ ਹੈ। ਅਸੀਂ ਬਿਲਕੁਲ ਸਾਡਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਹੈ ਤੇ ਅਸੀਂ 13 ਦੀਆਂ 13 ਸੀਟਾਂ ਦੋ ਗੱਠਜੋੜ ਸਾਡਾ ਵਾਲੇ ਪਾਸੇ ਆਪਾਂ ਵਧ ਰਹੇ ਹਾਂ। ਮੈਂ ਕੰਗ ਜੀ ਦੀ ਇੱਕ ਰਿਐਕਸ਼ਨ ਲੈ ਲਵਾਂ। ਕੰਗ ਜੀ ਕਲੀਅਰ ਕਰੇ ਤੁਹਾਡਾ ਗੱਠਜੋੜ ਹੈ ਕਿ ਨਹੀਂ ਹੈ, ਅਗਾ ਰਹੂਗਾ ਕਿ ਨਹੀਂ ਰਹੂਗਾ। ਠੀਕ ਹੈ, ਮੈਨੂੰ ਪਤਾ ਹਾਈ ਕਮਾਂਡ ਦਾ ਤੁਹਾਡੀ ਦਾ, ਤੁਹਾਨੂੰ ਇੱਕ ਘੁਰਕੀ ਆਣੀ ਹੈ, ਤੁਹਾਡੀ ਸਾਰਿਆਂ ਦੀ ਬੋਲੀ ਵੀ ਬਦਲ ਜਾਣੀ ਹੈ ਔਰ ਸਾਰਿਆਂ ਨੇ ਦਿੱਲੀ ਅੱਗੇ ਭਜਣਾ ਹੈ ਕਿ ਹਾਂਜੀ ਬਿਲਕੁਲ ਬਹੁਤ ਵਧੀਆ ਕਰ ਰਹੇ ਆ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਦੇਸ਼ ਲਈ, ਸਾਡੇ ਏਕੇ ਲਈ ਸਾਰਾ ਕੁਝ ਤੁਸੀਂ ਕਹਿਣਾ, ਮੈਨੂੰ ਪਤਾ ਹੈ। ਇਹ ਆਪਾਂ ਇੱਥੇ ਡਿਬੇਟ ਕਰਾਂਗੇ, ਹੋਰ ਠਹਿਰ ਜੋ 15 ਦਿਨ, ਫਿਰ ਆਪਾਂ ਗੱਲ ਕਰ ਲਾਂਗੇ ਐਸੇ ਤੇ। ਠੀਕ ਹੈ, ਉਹ ਤਾਂ ਦੇਖਣਾ ਹੋਏਗਾ, ਇੰਟਰਸਟਿੰਗ ਹੋਏਗਾ ਦੀਪਾ ਜੀ, ਨੋ ਡਾਊਟ, ਉਸ ਦੇ ਵਿੱਚ ਕੋਈ ਡਾਊਟ ਨਹੀਂ ਹੈ। ਬਿਲਕੁਲ ਜੋ ਤੁਸੀਂ ਪੁਆਇੰਟ ਕਹਿ ਰਹੇ ਹੋ ਬਹੁਤ ਇੰਟਰਸਟਿੰਗ ਹੋਏਗਾ ਕਿ ਵਾਕਈ ਸੀਟਾਂ ਦੀ ਵੰਡ ਹੁੰਦੀ ਹੈ ਕਿ ਨਹੀਂ ਹੁੰਦੀ ਇੰਡੀਆ ਅਲਾਈਅੰਸ ਦੇ ਵਿੱਚ। ਪਰ ਅੱਜ ਆਪਾਂ ਮੁੱਦਾ ਆਪਾਂ ਭਾਰਤ ਇੰਡੀਆ ਦਾ ਚੁਣਿਆ ਹੋਇਆ, ਮੈਂ ਇਸ ਕਰਕੇ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਇੱਕ ਰਿਐਕਸ਼ਨ ਜ਼ਰੂਰ ਲੈਣਾ ਹੈ। ਗੋਆ ਇਸ ਗੱਲ ਨੂੰ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਇਕੱਠੇ ਅੱਗੇ ਪਿੱਛੇ, ਮੈਨੂੰ ਤਾਂ ਇਸ ਚੀਜ਼ ਦਾ ਜਵਾਬ ਦੇਣਾ ਪਿਆ। ਕੰਗ ਜੀ, ਕੀ ਇਹ ਲੋਕਾਂ ਦੀ ਰਾਏ ਹੈ? ਜੇ ਨਹੀਂ ਤੁਹਾਨੂੰ ਲੱਗਦੀ ਤਾਂ ਕਿਉਂ? ਕਿਉਂਕਿ ਸਮੇਂ ਦੇ ਉੱਤੇ ਪਹਿਲਾਂ ਵੀ ਮੁੱਦਾ ਉੱਠਿਆ ਹੈ, ਭਾਰਤ ਵਰਸਸ ਇੰਡੀਆ, ਦੋਵੇਂ ਮੁੱਦਿਆਂ ਦਾ ਮੈਂ ਜ਼ਿਕਰ ਕਰ ਰਿਹਾ। ਬੀਜੇਪੀ ਦਾ ਤਰਕ ਹੈ ਕਿ ਦੇਸ਼ ਦੇ ਲੋਕਾਂ ਦੀ ਆਵਾਜ਼ ਹੈ ਔਰ ਲੋਕ ਖੁਸ਼ ਨੇ ਜੇ ਇੰਡੀਆ ਸ਼ਬਦ ਹਟਦਾ ਹੈ। ਨਹੀਂ, ਦੇਸ਼ ਦੇ 140 ਕਰੋੜ ਲੋਕ ਜਿਹੜੇ ਆ ਗੌਰਵ ਜੀ, ਉਹ ਦੇਸ਼ ਦੇ ਸੰਵਿਧਾਨ 'ਚ ਭਰੋਸਾ ਰੱਖਦੇ ਆ। ਲੇਕਿਨ ਹਾਂ, ਉਹ ਲੋਕ ਛੇੜਖਾਨੀਆਂ ਜਿਹੜੇ ਜ਼ਰੂਰ ਕਰਨ ਜਿਨ੍ਹਾਂ ਨੇ 35 ਸਾਲ ਤੱਕ ਆਪਣੇ ਦਫ਼ਤਰ ਤੇ ਤਿਰੰਗਾ ਝੰਡਾ ਨਹੀਂ ਲਹਿਰਾਇਆ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਅੰਗਰੇਜ਼ਾਂ ਦਾ ਸਾਥ ਦਿੱਤਾ, ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਸੱਤਾ ਦੇ ਹੰਕਾਰ 'ਚ, ਔਰ ਉਹਨਾਂ ਦੇ ਮਨਸੂਬੇ ਬੜੇ ਪੁਰਾਣੇ ਆ, ਇਹ ਪਹਿਲੇ ਨਹੀਂ ਗਏ। ਜਿਹੜਾ 2014 ਤੋਂ ਮੇਕ ਇਨ ਇੰਡੀਆ, ਜਿਹੜਾ ਡਿਜੀਟਲ ਇੰਡੀਆ, ਉਹਦਾ ਕੀ ਬਣੂਗਾ? ਨੋਟਾਂ ਤੇ ਇੰਡੀਆ, ਹਰ ਥਾਂ ਇੰਡੀਆ। ਦੇਖੋ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ 24 'ਚ ਅਗਰ ਮੋਦੀ ਸਾਹਿਬ ਰਿਪੀਟ ਹੁੰਦੇ ਆ ਤੇ ਸੰਵਿਧਾਨ ਨੂੰ ਬਦਲਣਗੇ, ਡੈਮੋਕ੍ਰੇਸੀ ਖਤਮ ਹੋਊਗੀ। ਔਰ ਇਸੇ ਕਰਕੇ ਮੈਂ ਦੀਪਾ ਜੀ ਨੂੰ ਕਹਿ ਰਿਹਾ ਕਿ 2 ਸਿੱਖਾਂ ਦੀਆਂ ਜਥੇਬੰਦੀਆਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ। ਅਕਾਲੀ ਦਲ ਜਿਹੜਾ
ਹਰਿਆਣਾ ਕਮੇਟੀ ਤੇ ਔਰ ਦਿੱਲੀ ਤੇ ਮਣੀਪੁਰ ਔਰ ਹਰਿਆਣੇ 'ਚ ਕਿਸ ਤਰੀਕੇ ਨਾਲ ਇਨਸਾਨੀਅਤ ਦਾ ਕਤਲੇਆਮ ਹੋਇਆ, ਜੇ ਅਜੇ ਵੀ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਤੇ ਫਿਰ ਅਸੀਂ ਨਹੀਂ ਕੁਝ ਕਹਿ ਸਕਦੇ। ਚਲੋ ਇਸ ਟਾਈਮ ਸੰਵਿਧਾਨ ਖਤਰੇ 'ਚ ਹੈ, ਭਾਜਪਾ ਦੇ ਸਮਾਂ ਬਿਲਕੁਲ ਪੂਰਾ ਸਮਾਂ ਖਤਮ ਹੋ ਰਿਹਾ ਹੈ। ਪੋਲੀਟੀਕਲ ਡਿਫਰੈਂਸਸ ਹੋਣ ਦੇ ਬਾਵਜੂਦ ਵੀ ਇੰਡੀਆ ਬਲੌਕ ਤਾਂ ਖੜਾ ਕੀਤਾ ਹੈ ਕਿ ਦੇਸ਼ ਦਾ ਸੰਵਿਧਾਨ ਔਰ ਦੇਸ਼ ਬਚਾਈਏ। ਠੀਕ ਹੈ, ਜੈ ਬੰਸ ਜੀ। ਜੈ ਬੰਸ ਜੀ, ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਆਪਣੀ ਗੱਲ ਰੱਖ ਸਕਦੇ ਹੋ, ਫਾਈਨਲ ਕਮੈਂਟ ਤੁਹਾਡਾ ਜ਼ਰੂਰੀ ਹੈ। ਮੈਨੂੰ ਪੁੱਛ ਰਹੇ ਹੋ? ਜੀ 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 ਜੀ। ਹਾਂਜੀ, ਦੇਖੋ ਮੈਨੂੰ ਸੁਣਾਈ ਤੇ ਦਿੱਤਾ ਨਹੀਂ, ਪਰ ਜੋ ਗੱਲ ਕਰ ਰਹੇ ਨੇ ਨਾ ਕੰਗ ਸਾਹਿਬ, ਇਹ ਇਹਨਾਂ ਨੂੰ ਜ਼ਿਆਦਾ ਅਪਲਾਈ ਹੁੰਦੀ ਹੈ। ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਦਾ ਬਿਹੇਵੀਅਰ ਹੈ, ਫੇਸਿਸਟ ਬਿਹੇਵੀਅਰ ਹੈ ਕਿ ਕਿਸੇ ਚੀਜ਼ ਦੇ, ਕਿਸੇ ਕਨਸਟੀਟਿਊਸ਼ਨ ਨੂੰ ਮੰਨਣਾ ਹੀ ਨਹੀਂ, ਗਵਰਨਰ ਦੇ ਖਿਲਾਫ ਜਾਣਾ, ਸੁਪਰੀਮ ਕੋਰਟ ਦੇ ਖਿਲਾਫ ਜਾਣਾ, ਸੈਂਟਰਲ ਗਵਰਨਮੈਂਟ ਦੇ ਖਿਲਾਫ ਜਾਣਾ, ਹਰ ਚੀਜ਼ 'ਚ ਆਪਣੀ ਮਨਮਰਜ਼ੀ ਕਰਨੀ। ਇਹ ਜਿਹੜੇ ਫੇਸੀਇਜ਼ਮ ਦੇ ਨਕਸ਼ਤਰ ਨੇ ਨਾ, ਜਿਹੜੇ ਐਲੀਮੈਂਟਸ ਨੇ, ਉਹ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਵਿੱਚ ਨੇ। ਤੇ ਮੈਨੂੰ ਇਹ ਲੱਗਦਾ ਹੈ ਕਿ ਅਗਰ ਪਹਿਲੀ ਗੱਲ ਤੇ ਆਮ ਆਦਮੀ ਪਾਰਟੀ ਨੂੰ ਕੁਝ ਮਿਲਣਾ ਮੁਲਣਾ ਨਹੀਂ, ਪਰ ਅਗਰ ਐਸੀ ਪਾਰਟੀ ਕਦੀ ਆ ਗਈ ਇੱਥੇ ਹਿੰਦੁਸਤਾਨ ਦੇ ਵਿੱਚ, ਤੇ ਇੱਥੇ ਉਹੀ ਹਾਲ ਹੋਏਗਾ ਜਿਹੜਾ ਨਾਜ਼ੀ ਪਾਰਟੀ ਦੇ ਆਉਣ ਦੇ ਨਾਲ ਜਰਮਨੀ 'ਚ ਹੋਇਆ ਸੀਗਾ। ਇਹ ਮੈਂ ਤੁਹਾਨੂੰ ਦੱਸ ਦਵਾਂ। ਅਗਰ ਕੋਈ ਗਾਰਡੀਅਨਸ ਹੈਗੇ ਨੇ ਕਨਸਟੀਟਿਊਸ਼ਨ ਦੇ, ਡੈਮੋਕ੍ਰੇਸੀ ਦੇ ਇਸ ਵੇਲੇ, ਤੇ ਉਹ ਬੀਜੇਪੀ ਹੈ ਤੇ ਕੁਝ ਹੋਰ ਐਸੀਆਂ ਪਾਰਟੀਆਂ ਹੈਗੀਆਂ ਨੇ, ਮੈਂ ਇਹ ਵੀ ਮੰਨਾਂਗਾ ਉਹ ਵੀ ਹੈਗੀਆਂ ਨੇ, ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਆਉਂਦਾ। Definitely not. They do not consider the constitution to be sacrosanct.